दोस्तों सत श्री अकाल। मैं सतविंदर सिंह हाजिर हाँ लैके प्रोग्राम खास खबर ते एक नज़र। खास खबर ते एक नज़र प्रोग्राम जग पंजाबी टीवी वालों हर हफ्ते पेश किया जाता है, जिहदे विच हफ्ते भर दी रहियां हुई खास खबरों के उत्ते असीं एक नज़र पाने, एक झात पाने। और सब तो पहले मैं धन्यवाद करना चाहांगा पंजाब इंश्योरेंस तो हरपिंदर सिद्धू होना तो जिन्हां दे सहयोग दे नाल ये प्रोग्राम हर हफ्ते तुहाडे तक पुजदा हुंदा है। और खास खबरों के उत्ते नज़र मारने वास्ते अज फिर मेरे नाल आए ने जग्गी ढिल्लों जी। जग्गी ढिल्लों जी प्यार भरी सत श्री अकाल। सत श्री अकाल भाजी, सत श्री अकाल जी, स्वागत है जी। जग्गी ढिल्लों जी, जिवें इस हफ्ते दियां जिहड़ियां खास खबरां रहियां, जे आपां पंजाब दी गल करिए तो पंजाब दे विच दो असैंबली सीटां दे उत्ते बाई इलैक्शन होए ने, पटियाले दी ते एक तलवंडी साबो दी। हाँ जी, ते जिहदी कि वोटिंग हो चुकी है ते ਉਹਦੇ ਜਿਹੜਾ ਰਿਜ਼ਲਟ ਹੈ 25 ਤਰੀਕ ਨੂੰ 25 ਅਗਸਤ ਨੂੰ ਜਿਹੜਾ ਉਹ ਆਵੇਗਾ। ਮੇਰੇ ਕੋਲ 2-3 ਘੰਟਿਆਂ ਦੇ ਵਿੱਚ ਜਿਹੜਾ ਹੈ ਉਹ ਸਾਡੇ ਸਾਹਮਣੇ ਨਤੀਜਾ ਆ ਜਾਏਗਾ। ਤੇ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਲੱਗਦਾ ਪਟਿਆਲੇ ਦੇ ਵਿੱਚ ਔਰ ਤਲਵੰਡੀ ਸਾਬੋ ਦੇ ਵਿੱਚ ਰਿਹਾ, ਔਰ ਕਿਹੜੀ ਪਾਰਟੀ ਨੂੰ ਤੁਹਾਨੂੰ ਲੱਗਦਾ ਹੈ ਕਿ ਜਿੱਤ ਪ੍ਰਾਪਤ ਹੋ ਸਕਦੀ ਹੈ? ਭਾਜੀ ਤਿੰਨੇ ਪਾਰਟੀਆਂ ਦਾ ਜੀ, ਜਿਹਦੇ ਚ ਕਾਂਗਰਸ, ਅਕਾਲੀ ਦਲ, ਬੀਜੇਪੀ ਤੇ ਆਮ ਆਦਮੀ ਪਾਰਟੀ, ਇਹਨਾਂ ਤਿੰਨਾਂ ਦਾ ਬਹੁਤ ਹੀ ਸੰਘਰਸ਼ ਪੂਰੀ ਜ਼ੋਰ ਉੱਥੇ ਲੱਗਿਆ ਦੋਨਾਂ ਜਗ੍ਹਾ ਦੇ ਉੱਤੇ। ਪਹਿਲੀ ਵਾਰੀ ਹੋਇਆ ਕਿ ਜਿਵੇਂ ਕਿ ਆਪਾਂ ਨੂੰ ਤਿਕੋਣੇ ਮੁਕਾਬਲੇ ਵੇਖਣ ਨੂੰ ਮਿਲਦੇ, ਤਿਕੋਣੇ, ਹਾਂਜੀ, ਔਰ ਤਿਕੋਣੇ ਔਰ ਬਰਾਬਰ ਦੇ ਮੁਕਾਬਲੇ ਮੈਂ ਕਹੂੰਗਾ ਕਿ ਇਹ ਵੀ ਨਹੀਂ ਪਤਾ ਵੀ ਕਿਹੜਾ ਜਿੱਤ ਸਕਦਾ ਹੈ। ਇਸ ਵੇਲੇ ਸਿਚੁਏਸ਼ਨ ਇਹ ਹੈਗੀ ਹੈ ਕਿ ਗੱਲ ਕਿਸੇ ਦੇ ਵੀ ਫੇਵਰ 'ਚ ਜਾ ਸਕਦੀ ਹੈ। ਜੇ ਪਟਿਆਲੇ ਦੀ ਬਾਈ ਇਲੈਕਸ਼ਨ ਦੀ ਗੱਲ ਕਰੀਏ, ਅਗਰ ਵੋਟ ਪਰਸੈਂਟੇਜ ਅਰਾਊਂਡ 60% ਦੇ ਪਈ ਹੈ ਤਾਂ ਉਦੋਂ ਉੱਥੇ ਥੋੜ੍ਹਾ ਜਿਹਾ ਲੱਗਦਾ ਹੈ ਦੇਖਣ ਵਾਸਤੇ ਕਿ ਸ਼ਾਇਦ ਇਹ ਕਾਂਗਰਸ ਦੇ ਫੇਵਰ 'ਚ ਗੱਲ ਲੱਗ ਰਹੀ ਹੈ, ਕਿਉਂਕਿ ਦੇਖਣ 'ਚ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਇਲੈਕਸ਼ਨਸ ਦੇ ਮਾਮਲੇ ਦੇ ਵਿੱਚ ਆਪਣੀ ਵੋਟਾਂ ਨੂੰ ਆਰਗੇਨਾਈਜ਼ ਕਰਨ ਦੇ ਵਿੱਚ, ਆਪਣੇ ਵਰਕਰਾਂ ਨੂੰ, ਆਪਣੇ ਸਪੋਰਟਰਾਂ ਨੂੰ ਇਸਤੇਮਾਲ ਕਰਨ ਦੇ ਵਿੱਚ ਬਹੁਤ ਇਫੈਕਟਿਵ ਰਹਿੰਦੇ ਨੇ। ਉਹਨਾਂ ਨੇ ਅੰਮ੍ਰਿਤਸਰ ਦੀ ਇਲੈਕਸ਼ਨ 'ਚ ਵੀ ਆਪਣੀ ਜਦੋਂ MP ਬਣੇ ਨੇ ਜੇਟਲੀ ਸਾਹਿਬ ਨੂੰ ਹਰਾ ਕੇ ਬਹੁਤ ਆਰਗੇਨਾਈਜ਼ਡ ਵੇ ਨਾਲ ਉਹਨਾਂ ਦਾ ਮੈਂ ਕਹੂੰਗਾ ਕਾਬਲੀਅਤ ਹੈਗੀ ਹੈ। ਅਤੇ ਜਿੱਥੇ ਤੱਕ ਤਲਵੰਡੀ ਸਾਬੋ ਦਾ ਸਵਾਲ ਹੈ ਜੀ, ਬਹੁਤ ਫੀਅਰਸ ਮੁਕਾਬਲਾ, ਬਹੁਤ ਹੀ ਜ਼ੋਰ ਤਿੰਨਾਂ ਪਾਰਟੀਆਂ ਦਾ ਬਹੁਤ ਲੱਗਿਆ। ਔਰ ਮੈਂ ਆਮ ਆਦਮੀ ਪਾਰਟੀ ਦਾ ਉੱਥੇ ਥੋੜ੍ਹਾ ਜਿਹਾ ਇਸ ਕਰਕੇ ਇਫੈਕਟਿਵਨੈਸ ਜ਼ਿਆਦਾ ਕਹੂੰਗਾ ਕਿਉਂਕਿ ਬਹੁਤ ਜ਼ਿਆਦਾ ਉਹ ਇਲਾਕਾ ਜਿਹੜਾ ਹੈਗਾ ਆ ਉਹ ਕਿਤੇ ਨਾ ਕਿਤੇ ਕੈਂਸਰ ਤੋਂ ਜਾਂ ਹੋਰ ਜਿਹੜੀਆਂ ਡਿਵੈਲਪਮੈਂਟ ਰਿਲੇਟਡ ਐਕਟੀਵਿਟੀਆਂ ਸੀ ਉਹਨਾਂ ਤੋਂ ਪਿਛੜਿਆ ਹੋਇਆ। ਅਤੇ ਇਹ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਗਾ ਕਿ ਉੱਥੇ ਅਕਾਲੀ ਦਲ ਬਾਦਲ ਦਾ ਵੀ ਇਲਾਕਾ ਆਪਣਾ ਹੈਗਾ, ਉਸ ਕਰਕੇ ਉਹਨਾਂ ਵਾਸਤੇ ਵੀ ਬੜੀ ਪ੍ਰੈਸਟੀਜ ਇਸ਼ੂ ਆ। ਪਰ ਕਿਤੇ ਨਾ ਕਿਤੇ ਦੁਨੀਆ ਜਿਹੜੀ ਹੈਗੀ ਹੈ ਕਾਫੀ ਨਾਖੁਸ਼ ਸੀਗੀ ਇਹਨਾਂ ਦੀਆਂ ਕਾਰਗੁਜ਼ਾਰੀਆਂ ਤੋਂ। ਹੁਣ ਉੱਥੇ ਜਿਹੜੀ ਆ ਮਾੜੀਆਂ 2-3 ਖਬਰਾਂ ਵੀ ਆਈਆਂ ਨੇ, ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ 'ਤੇ ਵੀ, ਉਹਨਾਂ ਦੇ ਸਪੋਰਟਰਾਂ 'ਤੇ ਵੀ ਸੁਣਿਆ ਵੀ ਕਿਹਾ ਗਿਆ, ਇਲਜ਼ਾਮ ਲੱਗਿਆ ਕਿ ਗੋਲੀਬਾਰੀ ਹੋਈ ਆ ਅਕਾਲੀ ਦਲ ਬਾਦਲ ਵੱਲੋਂ। ਅਤੇ ਦੂਜੇ ਪਾਸੇ ਰਾਮਾ ਮੰਡੀ ਵੀ ਜਿਹੜੇ ਸਪੋਰਟਰ ਸੀਗੇ ਉਹ ਆਪਸ ਦੋਨਾਂ ਦੇ ਪਾਰਟੀਆਂ ਦੇ ਭਿੜੇ ਨੇ। ਅਤੇ ਇਹ ਤਾਂ ਚਲੋ ਖੈਰ ਇੰਨੀ ਕੁ ਤਾਂ ਐਕਸਪੈਕਟਡ ਹੀ ਹੁੰਦੀ ਆ। ਮੈਨੂੰ ਲੱਗਦਾ ਇਹ ਰਫਾ ਦਫਾ ਜਿਹੀਆਂ ਵੀ ਇਹ ਗੱਲਾਂ, ਹਾਂ ਜੀ, ਇਹ ਉਦੋਂ ਆਮਣੇ ਸਾਹਮਣੇ ਹੋ ਕੇ ਗੁੱਸੇ ਨਾਰਾਜ਼ਗੀ ਜ਼ਰੂਰ ਗੱਲਾਂ ਹੁੰਦੀਆਂ ਨੇ, ਪਰ ਉਹਨਾਂ ਨਹੀਂ ਨਜ਼ਰ ਆਇਆ ਵੀ ਜੇ ਅਸੀਂ ਕਹੀਏ ਕਿ ਬਹੁਤ ਜ਼ਿਆਦਾ ਕੋਈ ਅਲਾਰਮਿੰਗ ਆਮਣੇ ਸਾਹਮਣੇ ਕੋਈ ਲੜਾਈ ਝਗੜਾ ਹੋ ਗਿਆ। ਇਹ ਗੱਲ ਤੇ ਪੱਕੀ ਹੈਗੀ ਹੈ ਕਿ ਕੋਈ ਵੀ ਭਾਵੇਂ ਉੱਦਾਂ ਕਹੀ ਜਾਣ ਕਿ ਅਸੀਂ ਦੋਨੋਂ ਸੀਟਾਂ ਜਿੱਤੀਆਂ ਨੇ, ਦੋਨੋਂ ਪਾਰਟੀਆਂ ਇਹ ਗੱਲ ਕਰਦੀਆਂ ਹੈਗੀਆਂ, ਪਰ ਇਹ ਆਪਾਂ ਕੁਝ ਕਹਿ ਨਹੀਂ ਸਕਦੇ। ਨਹੀਂ ਜੀ, ਇਹਨਾਂ ਐਤਕੀ ਜਿਹੜੀਆਂ ਬਾਈ ਇਲੈਕਸ਼ਨਸ ਨੇ ਜੀ, ਪਹਿਲੀ ਵਾਰੀ ਮੈਂ ਕਹੂੰਗਾ ਕਿ ਇਹ ਸਿਚੁਏਸ਼ਨ ਆਈ ਹੈ ਕਿ ਤਿੰਨਾਂ 'ਚੋਂ ਕੋਈ ਵੀ ਪਾਰਟੀ ਜਿਹੜੀ ਆ ਉਹ ਅਲਟੀਮੇਟਲੀ ਹਾਵੀ ਹੋ ਸਕਦੀ ਆ ਇਸ ਸਿਚੁਏਸ਼ਨ ਦੇ ਵਿੱਚ। ਇਸ ਸਾਰੀ ਸਿਚੁਏਸ਼ਨ 'ਚ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਭਾਜੀ ਕਿ ਜਦੋਂ ਵੀ ਇਲੈਕਸ਼ਨਾਂ ਹੁਣ ਹੁੰਦੀਆਂ ਨੇ, ਚਾਹੇ ਉਹ ਹੁਣ ਇਹ ਬਾਈ ਇਲੈਕਸ਼ਨ ਹੋਈ ਆ ਜਿਹਦੇ 'ਚ ਕਾਂਗਰਸ ਦੇ ਸਿਟਿੰਗ MLA ਉਹ ਰਿਜ਼ਾਈਨ ਕਰਕੇ ਤੇ ਉਹ ਅਕਾਲੀ ਦਲ ਬਾਦਲ ਜੁਆਇਨ ਕਰ ਗਏ। ਤੇ ਉਹਨਾਂ ਦੀ ਸੀਟ ਤੇ ਜਿਹੜੀ ਤਲਵੰਡੀ ਸਾਹਿਬ ਵੀ ਉਹਨਾਂ ਦੇ ਰਿਜ਼ਾਈਨ ਕਰਕੇ ਅਕਾਲੀ ਦਲ 'ਚ ਸ਼ਾਮਲ ਹੋਈ, ਹੁਣ ਫੇਰ ਲੜੀ। ਸਾਨੂੰ ਸਮਝ ਨਹੀਂ ਲੱਗ ਰਹੀ ਵੀ ਇਹ ਹੋ ਕੀ ਰਿਹਾ। ਪਰ ਇਹ ਜਿਹੜਾ ਟ੍ਰੈਂਡ ਹੈ ਨਾ ਜੀ, ਇਹ ਇੰਨਾ ਮਾੜਾ ਟ੍ਰੈਂਡ ਹਿੰਦੁਸਤਾਨ 'ਚ ਚੱਲ ਪਿਆ। ਪੂਰੀ ਪੋਲੀਟਿਕਸ ਤੁਸੀਂ ਦੇਖ ਲਓ, ਹੁੱਡਾ ਸਾਹਿਬ ਦੀ ਸਰਕਾਰ ਦੇ ਇੱਕ ਬਹੁਤ ਇੰਪੋਰਟੈਂਟ ਪਿਲਰ ਆਪਣਾ ਬਰਿੰਦਰ ਸਿੰਘ ਜੀ, ਉਹ ਜੁਆਇਨ ਕਰ ਗਏ ਨੇ BJP। ਇਸ ਤਰ੍ਹਾਂ ਹੀ ਤੁਸੀਂ ਉਹਨਾਂ ਦੇ ਕਿਤੇ ਜਿਹੜੀ ਚੌਟਾਲਾ ਸਾਹਿਬ ਦੀ ਪਾਰਟੀ ਦੇ ਇੰਪੋਰਟੈਂਟ ਬੰਦੇ ਨੇ ਉਹ ਛੱਡ ਕੇ ਜਾ ਰਹੇ ਨੇ, ਕਾਂਗਰਸ ਚਲੇ ਗਿਆ, ਕੋਈ ਕਿਸੇ ਹੋਰ 'ਚ ਚਲਾ ਗਿਆ। ਤੇ ਇਹ ਬਿਲਕੁਲ ਜਿਹੜੀ ਅਪਰਚੁਨਿਟੀਆਂ ਵਾਲੀ ਗੱਲ ਹੈਗੀ ਜੀ ਅੱਜ ਦੀ ਡੇਟ 'ਚ। ਪੋਲੀਟਿਕਸ ਦਾ ਤੇ ਕੋਈ ਕਰੈਕਟਰ ਨਹੀਂ ਰਹਿ ਗਿਆ ਕਿਉਂਕਿ ਇਹਨਾਂ ਦਾ ਕੋਈ ਪੋਲੀਟੀਸ਼ੀਅਨ ਦਾ ਸਟੈਂਡ ਨਹੀਂ।
ਅੱਗੇ ਇੱਕ ਹੁੰਦਾ ਸੀ ਜੀ ਇਹ ਆਈਡੀਓਲੋਜੀ ਤੇ ਬੇਸਡ ਹੈ ਜੀ, ਕੋਈ ਕਹਿੰਦਾ ਜੀ ਇਹ ਅਕਾਲੀ ਭਾਜਪਾ ਉਹਨਾਂ ਦੀ ਆਈਡੀਓਲੋਜੀ ਵਿਚਾਰਧਾਰਾ ਜਿਹੜੀ ਹੈ ਜੀ ਹਾਂ, ਤੇ ਵਿਚਾਰਧਾਰਾ ਵਾਲੀ ਗੱਲ ਨਹੀਂ ਰਹਿ ਗਈ ਇੱਥੇ। ਤੇ ਹੁਣ ਇਹ ਰਹਿ ਗਈ ਵੀ ਪਾਵਰ 'ਚ ਰਹਿਣਾ, ਪੈਸਾ ਬਣਾਉਣਾ, ਕਰਪਸ਼ਨ ਕਰਨੀ ਹੈ ਤੇ ਦੁਨੀਆ ਨੂੰ ਬੇਵਕੂਫ ਬਣਾਉਣਾ। ਉਹ ਕਾਂਗਰਸ 'ਚ ਰਹਿ ਕੇ ਬਣਾਇਆ ਜਾ ਸਕਦਾ ਹੈ ਤਾਂ ਉੱਥੇ ਬਹਿਣਾ। ਜੇ ਦੇਖਿਆ ਵੀ ਕਾਂਗਰਸ ਦੀ ਹਾਲਤ ਖਰਾਬ ਆ ਤੇ ਉਹ ਜਹਾਜ਼ ਛੱਡ ਕੇ ਜੇ ਦੂਜੇ ਦੇ ਜਹਾਜ਼ 'ਚ ਬਹਿਣਾ ਤੇ ਉੱਥੇ ਵੀ ਇਹੀ ਦੇਖਣਾ ਵੀ ਮੈਂ ਉੱਥੇ ਬਹਿ ਕੇ ਵੀ ਪਾਵਰ 'ਚ ਆ ਕੇ ਤੇ ਪੈਸਾ ਖਾਣਾ। ਜਿਹੜੀਆਂ ਗੱਲਾਂ ਦੀ ਆਪਾਂ ਗੱਲ ਕਰ ਰਹੇ ਹੈਗੇ ਆ ਵੀ ਇਹਨਾਂ ਦਾ ਕਰੈਕਟਰ ਜਾਂ ਸੋਚ ਇਦਾਂ ਦੀ ਹੋ ਗਈ ਹੈ ਕਿ ਗਾਇਬ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਪਾਵਰ ਦੇ ਵਿੱਚ ਰਹਿਣਾ। ਇਹਨਾਂ ਗੱਲਾਂ ਦੀ ਸਮਝ ਆਮ ਲੋਕਾਂ ਨੂੰ ਵੀ ਤੇ ਹੈਗੀ ਹੈ, ਪਰ ਉਹ ਕਿਉਂ ਰਿਪੀਟ? ਇਹ ਬੜੀ ਅਫਸੋਸ ਦੀ ਭਾਜੀ, ਤੁਸੀਂ ਬਹੁਤ ਹੀ ਇੰਪੋਰਟੈਂਟ ਪੁਆਇੰਟ ਚੱਕਿਆ। ਮੈਂ ਖੁਦ ਬਹੁਤ ਹੈਰਾਨ ਹੁੰਦਾ ਆ ਕਿ ਸਾਡੀ ਐਜ਼ ਏ ਕਮਿਊਨਿਟੀ, ਮੈਂ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬੀ ਅਸੀਂ ਐਜ਼ ਕਮਿਊਨਿਟੀ ਜਾਂ ਇਨ ਜਨਰਲ ਇੰਡੀਆ ਦੀ ਗੱਲ ਕਰੀਏ ਤੇ ਸਾਡੀ ਯਾਦਾਸ਼ਤ ਇੰਨੀ ਛੋਟੀ ਆ ਕਿ ਅਸੀਂ ਭੁੱਲ ਜਾਂਦੇ ਆ ਕਿ ਇਸ ਬੰਦੇ ਦਾ ਕੀ ਕਰੈਕਟਰ ਹੈ ਜਿਹਨੂੰ ਅਸੀਂ ਵੋਟ ਪਾਉਣ ਜਾ ਰਹੇ ਹਾਂ, ਇਹਦੀ ਪਿਛਲੀ ਹਿਸਟਰੀ ਕੀ ਹੈ, ਕੀ ਇਹਦੇ ਤੇ ਕੋਈ ਕ੍ਰਿਮੀਨਲ ਚਾਰजेस ਲੱਗੇ ਹੋਏ ਨੇ, ਕੀ ਇਹਦਾ ਕੋਈ ਐਸਾ ਪੁਆਇੰਟ ਹੈਗਾ ਆ ਜਿਹੜਾ ਜਿਹਦੇ ਪਿੱਛੇ ਮੈਂ ਇਹਨੂੰ ਵੋਟ ਪਾਵਾਂ। ਅਸੀਂ ਉਹ ਕਦੀ ਨਹੀਂ ਦੇਖਦੇ। ਅਸੀਂ ਜਾਣਦੇ ਹਾਂ, ਸਾਨੂੰ ਇਹ ਲੱਗਦਾ ਵੀ ਯਾਰ ਕਿਉਂਕਿ ਸਾਰੀ ਉਮਰ ਅਕਾਲੀਆਂ ਨੂੰ ਵੋਟ ਪਾਈ ਹੈ ਤੇ ਸਾਡੇ ਪਰਿਵਾਰ ਨੇ ਤੇ ਅਕਾਲੀਆਂ ਨੂੰ ਪਾਣੀ ਹੈ, ਇਰਰਿਸਪੈਕਟਿਵ ਆਫ ਕਿ ਕੌਣ ਖੜਾ। ਉਹ ਇਸੇ ਤਰੀਕੇ ਨਾਲ ਕਾਂਗਰਸ ਦੇ ਵਿੱਚ ਚੱਲੀ ਜਾ ਰਿਹਾ। ਤੇ ਸਾਨੂੰ ਐਜ਼ ਆਰਡੀਨਰੀ ਪੀਪਲ ਸਾਨੂੰ ਇਹ ਸੋਚਣਾ ਪਊਗਾ ਕਿ ਅਸੀਂ ਅਗਰ ਕਿਸੇ ਨੂੰ ਵੋਟ ਪਾਉਣ ਜਾ ਰਹੇ ਹਾਂ, ਸਾਡੀ ਵੋਟ ਦੀ ਇੰਪੋਰਟੈਂਸ ਆ, ਅਸੀਂ ਬੰਦੇ ਦਾ ਕਰੈਕਟਰ ਦੇਖੀਏ। ਤੁਸੀਂ ਕੈਲਗਰੀ ਦੀ ਅਗਰ ਆਪਾਂ ਗੱਲ ਕਰੀਏ ਤੇ ਇੱਕ ਲਾਈਵ ਐਗਜ਼ਾਮਪਲ ਹੈਗਾ ਇੱਥੇ। ਪ੍ਰੀਮੀਅਰ ਸੀਗੇ ਐਲਸਨ ਰੈਡਫੋਰਡ, ਉਹਨਾਂ ਨੇ ਆਪਣੀ ਪਾਵਰ ਆਪਣੀ ਕੁਰਸੀ ਤੇ ਬਹਿ ਕੇ ਮਿਸਯੂਜ਼ ਕੀਤੀ ਹੈ। ਉਹਨਾਂ ਨੇ ਜੇ ਮਿਸਯੂਜ਼ ਕੀਤੀ ਹੈ ਤੇ ਉਹਨਾਂ ਨੂੰ ਨਾਟ ਓਨਲੀ ਕਿ ਉਹਨਾਂ ਦੀ ਆਪਣੀ ਪਾਰਟੀ ਨੇ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ, ਰਾਦਰ ਹੁਣ ਤਾਂ ਬੇਸਿਕ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਸੀਗੀ ਉਹਦੇ ਤੋਂ ਵੀ ਉਹ ਚਲੇ ਗਏ ਨੇ। ਈਵਨ ਜਿਹੜੀ ਸੁਸਾਇਟੀ ਆ ਉਹ ਉਹਨਾਂ ਨੂੰ ਮਾਫ ਕਰਨ ਨੂੰ ਤਿਆਰ ਨਹੀਂ ਹੈਗੀ, ਔਰ ਉਹ ਅੱਜ ਤੋਂ ਬਾਅਦ ਉਹ ਕੈਨੇਡਾ ਦੇ ਕਿਸੇ ਵੀ ਲੈਵਲ ਤੇ ਪੋਲਿਟਿਕਸ 'ਚ ਨਹੀਂ ਆ ਸਕਦੇ। ਪਰ ਇਹ ਚੀਜ਼ ਸਾਡੇ ਮੁਲਕਾਂ 'ਚ ਦੇਖਣ 'ਚ ਨਹੀਂ ਆਉਂਦੀ। ਸਾਡੇ ਤੇ ਕੇਸ ਦੇ ਵਿੱਚ ਸਿਚੁਏਸ਼ਨ ਇਹ ਹੈਗੀ ਹੈ ਕਿ ਲੁੱਚਾ ਸਭ ਸੇ ਉੱਚਾ, ਜਿੰਨਾ ਵੱਡਾ ਲੁੱਚਾ ਹੈ ਉਨੀ ਵੱਡੀ ਪੋਜੀਸ਼ਨ ਤੇ ਬੈਠਾ। ਇਹ ਜਿਹੜਾ ਹੈਗਾ ਦੁਖਾਂਤ ਸਾਡੀ ਸੋਸਾਇਟੀ ਦੇ ਨਾਲ ਹਿੰਦੁਸਤਾਨ ਦੇ ਵਿੱਚ ਵਾਪਰਦਾ। ਪਰ ਮੈਨੂੰ ਲੱਗਦਾ ਕਿ ਜਿਵੇਂ ਸੋਸ਼ਲ ਮੀਡੀਆ ਕਰਕੇ, ਜਿਵੇਂ ਹੁਣ ਜੀਤ ਮਹਿੰਦਰ ਸਿੰਘ ਜਿਹੜਾ ਪਹਿਲੇ ਇਲੈਕਸ਼ਨ ਜਦੋਂ ਉਹਨੇ ਲੜੇ ਕਾਂਗਰਸ ਵੱਲੋਂ ਤੇ ਅਕਾਲੀਆਂ ਨੂੰ ਗਾਲਾਂ ਕੱਢ ਰਿਹਾ ਸੀ, ਉਹਦੀ ਵੀਡੀਓ ਜਿਹੜੀ ਹੈਗੀ WhatsApp ਤੇ ਇਹ ਫੇਸਬੁੱਕ ਤੇ ਸਾਰੇ ਸੁਣਨ ਨੂੰ ਮਿਲੀਆਂ ਤੇ ਇਹਦੇ ਨਾਲ ਆਮ ਲੋਕਾਂ ਤੱਕ ਗੱਲ ਤੇ ਪਹੁੰਚਦੀ ਯਾਰ ਇਹ ਡਿਊਲ ਕਰੈਕਟਰ ਵਾਲੇ ਬੰਦੇ ਹੈਗੇ, ਦੋਹਰੇ ਕਿਰਦਾਰ ਵਾਲੇ ਬੰਦੇ ਹੈਗੇ ਨੇ। ਭਾਜੀ ਕਿਤੇ ਨਾ ਕਿਤੇ ਸ਼ਾਇਦ ਮਜਬੂਰੀ ਅੱਜ ਦੀ ਡੇਟ 'ਚ ਇਹ ਹੋਈ ਆ ਕਿ ਜਿਹੜੀ ਇਹ ਚੀਜ਼ ਸੋਸ਼ਲ ਮੀਡੀਆ ਆ ਉਹ ਪੜ੍ਹੇ ਲਿਖਿਆਂ ਤੱਕ ਸੀਮਤ ਆ। ਜੇ ਅਗਰ ਤੁਸੀਂ ਅੱਜ ਰੂਰਲ ਏਰੀਆ 'ਚ ਜਾ ਕੇ ਗੱਲ ਕਰੋ, ਅਗਰ ਆਮ ਆਦਮੀ ਪਾਰਟੀ ਦੀ ਅਗਰ ਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਆਪਣਾ ਜਿਹੜੀਆਂ ਹਾਰਨ ਦੀਆਂ ਕਾਰਨ ਵੀ ਜਿਹੜਾ ਸੀ ਉਹ ਇਹ ਸੀਗਾ ਵੀ ਪੜ੍ਹੇ ਲਿਖੇ ਤੇ ਉਹਨਾਂ ਨੂੰ ਜਾਣਦੇ ਸੀਗੇ, ਉਹਨਾਂ ਦੀਆਂ ਗਤੀਵਿਧੀਆਂ ਤੋਂ ਵਾਕਿਫ ਸੀਗੇ। ਜਿਹੜਾ ਗ੍ਰਾਸ ਰੂਟ ਲੈਵਲ ਤੇ ਬੰਦਾ ਹੈਗਾ ਉਹਨੂੰ ਪਤਾ ਹੀ ਨਹੀਂ ਸੀਗਾ ਕਿ ਆਮ ਆਦਮੀ ਪਾਰਟੀ ਕੌਣ ਹੈ, ਕੇਜਰੀਵਾਲ ਸਾਹਿਬ ਕੌਣ ਨੇ ਤੇ ਬਾਕੀ ਕੌਣ ਨੇ, ਕੀ ਮੁੱਦੇ ਕੀ ਸੀਗੇ ਉਹਨਾਂ ਦੀ ਜਿਹੜੀ ਹੈਗੀ ਇਹ ਗੱਲ ਉਹਨਾਂ ਸਭ। ਪਰ ਐਤਕੀ ਤਲਵੰਡੀ ਸਾਬੋ ਦੇ ਕੇਸ 'ਚ ਖਾਸ ਕਰਕੇ ਮੈਂ ਕਹੂੰਗਾ ਕਿ ਜਿਸ ਲੈਵਲ ਦੇ ਉੱਤੇ ਇਨਵੋਲਵਮੈਂਟ ਭਗਵੰਤ ਮਾਨ ਦੀ ਰਹੀ ਹੈ, ਈਵਨ ਪਟਿਆਲੇ ਵੀ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੇ, ਕੇਜਰੀਵਾਲ ਸਾਹਿਬ ਵੀ 2-3 ਦਿਨ ਲਗਾਤਾਰ ਆਏ ਉੱਥੇ ਕੀਤਾ ਹੈ, ਤੇ ਉਹ ਇੱਕ ਜਨਰਲ ਪਬਲਿਕ ਨਾਲ ਕਿੰਨਾ ਕੁ ਆਪਣਾ ਰਾਬਤਾ ਕਾਇਮ ਕਰ ਸਕੇ ਨੇ, ਕਿੰਨੀਆਂ ਕੁ ਗੱਲਾਂ ਉਹਨਾਂ ਦੀਆਂ ਸਮਝ ਆਈਆਂ ਨੇ ਔਰ ਉਹ ਵੋਟਾਂ 'ਚ ਕਨਵਰਟ ਹੁੰਦੀਆਂ ਨੇ। ਇਹ ਜ਼ਰੂਰ ਮੈਂ ਵੀ ਬੜਾ ਬੇਤਾਬੀ ਨਾਲ 25 ਅਗਸਤ ਦੀ ਇੰਤਜ਼ਾਰ ਕਰ ਰਿਹਾ ਕਿ ਇਹ ਦੇਖੀਏ ਕਿ ਦੁਨੀਆ ਜਿਹੜੀ ਹੈ ਉਹਨਾਂ ਦੀ ਸੋਚ ਕੀ ਹੈ ਔਰ ਕਿੱਧਰ ਨੂੰ ਚੱਲਦਾ ਹੈ। ਜਿਹੜਾ ਅਕਾਲੀ ਦਲ ਵਾਲੇ ਵੀ ਔਰ ਜਿਹੜੇ ਆਪਣੇ ਕਾਂਗਰਸ ਵਾਲੇ ਦੋਨੋਂ ਇਹ ਸੋਚ ਰਹੇ ਨੇ ਕਿ 2017 ਤੱਕ ਦੀਆਂ ਜੋ ਤੱਕ ਜਨਰਲ ਇਲੈਕਸ਼ਨ ਆਣੀਆਂ ਪੰਜਾਬ ਦੀ ਅਸੈਂਬਲੀ ਤੇ ਉਦੋਂ ਤੱਕ ਕਹਿੰਦੇ ਵੀ ਆਮ ਆਦਮੀ ਨੂੰ ਲੋਕਾਂ ਨੇ ਭੁੱਲ ਜਾਣਾ। ਹਾਂਜੀ, ਉਹਨਾਂ ਦੀ ਆਸ ਹੈਗੀ, ਬਾਕੀ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਜੀ ਹਾਂਜੀ ਇਹ ਕਰਵਟ ਲੈਂਦਾ। ਇੱਕ ਮੋਹਨ ਭਾਗਵਤ ਜੀ ਨੇ ਜਿਹੜੇ ਕਿ RRS ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਿਹੜੇ ਹੈਗੇ ਨੇ ਇੱਕ ਸੰਚਾਲਕ ਨੇ, ਮੁਖੀਆ ਨੇ, ਉਹਨਾਂ ਦੇ ਬਿਆਨ ਜਿਹੜੇ ਆਏ ਨੇ ਪਿੱਛੇ 2 ਵਾਰੀ ਤੇ ਉਹਨਾਂ ਨੇ ਬੜੀ ਕੰਟਰੋਵਰਸੀ ਕ੍ਰੀਏਟ ਕੀਤੀ ਹੈਗੀ ਹੈ ਕਿ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਹਰ ਇੱਕ ਬੰਦਾ ਹਿੰਦੂ ਹੀ ਹੈ। ਤੇ ਉਹਦੇ ਤੇ ਰਿਐਕਸ਼ਨ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹੈਗਾ ਫਿਰਕੂ ਜ਼ਹਿਰ ਉਗਲਣ ਵਾਲੀ ਗੱਲ ਹੈਗੀ ਆ, ਵੀ ਇਦਾਂ ਨਹੀਂ ਹੋ ਸਕਦਾ। ਕਿਉਂਕਿ ਆਪਾਂ ਆਪਣੇ ਸਿੱਖ ਪਰਸਪੈਕਟਿਵ ਤੋਂ ਜੇਕਰ ਗੱਲ ਕਰੀਏ ਤੇ ਉਹਨਾਂ ਦਾ ਇਹ ਰਿਐਕਸ਼ਨ ਆਇਆ ਹੈਗਾ ਜਿਹੜਾ ਕਿ ਬਹੁਤ ਇੰਪੋਰਟੈਂਸ ਰਖਾਉਂਦਾ ਹੈਗਾ। ਬਾਕੀਆਂ ਨੇ ਵੀ ਜਿਹੜੀ ਹੈਗੀ ਉਹ ਭਗਵਤ ਦੀ ਗੱਲ ਨੂੰ ਬਹੁਤਾ ਘਾ ਨਹੀਂ ਪਾਇਆ, ਉਹਦੀ ਜਿਹੜੀ ਹੈ ਨੁਕਤਾਚੀਨੀ ਹਰ ਇੱਕ TV ਚੈਨਲ ਤੇ ਅਖਬਾਰਾਂ ਦੇ ਵਿੱਚ ਹੋਈ ਹੈ। ਤੁਸੀਂ ਕੀ ਸਮਝਦੇ ਹੈਗੇ ਕਿ
ਇਹ ਆਰਐਸਐਸ ਦੇ ਮੁਖੀ ਦੇ ਸੰਚਾਲਕ ਦਾ ਇੱਕ ਇਹੋ ਜਿਹਾ ਬਿਆਨ ਦੇਣਾ ਕਿ ਹਰ ਹਿੰਦੁਸਤਾਨੀ ਜਿਹੜਾ ਹੈ, ਹਿੰਦੁਸਤਾਨ ਇੰਡੀਆ ਦੇ ਵਿੱਚ ਰਹਿਣ ਵਾਲਾ ਬੰਦਾ ਇਹ ਹਿੰਦੂ ਹੈਗਾ। ਆਪਾਂ ਨੂੰ ਹਿੰਦੁਸਤਾਨੀ ਵੀ ਕਹਿ ਸਕਦੇ ਹਾਂ, ਭਾਰਤੀ ਵੀ ਕਹਿ ਸਕਦੇ, ਹੋਰ ਨਾਮ ਵੀ ਦੇ ਸਕਦੇ ਹੈਗਾ, ਪਰ ਹਿੰਦੂ ਕਹਿਣਾ ਕਿੰਨਾ ਕੁ ਜਾਇਜ਼ ਤੁਸੀਂ ਸਮਝਦੇ ਹੈਗੇ? ਭਾਜੀ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਆ ਕਿ ਉਹ ਇੰਨੀ ਉਹਨਾਂ ਦੀ ਉਮਰ ਹੋ ਚੁੱਕੀ ਆ ਔਰ ਇੰਨੇ ਸੀਨੀਅਰ ਬੰਦੇ ਨੇ, ਇੰਨੀ ਇਹੋ ਜੀ ਕੰਟਰੀਵਰਸ਼ਲ ਸਟੇਟਮੈਂਟ ਦੇਣਾ, ਖਾਸ ਕਰਕੇ ਜਦੋਂ ਉਹਨਾਂ ਦੀ ਆਪਣੀ ਘਰ ਦੀ ਉਪਜ ਜਿਹੜੀ ਬੀਜੇਪੀ ਆ ਉਹ ਅੱਜ ਪਾਵਰ 'ਚ ਆ। ਉਹਨਾਂ ਨੂੰ ਅਜੇ ਕੰਮ ਕਰਦਿਆਂ ਨੂੰ ਅਜੇ 100 ਦਿਨ ਵੀ ਪੂਰੇ ਨਹੀਂ ਹੋਏ, ਸਿੱਧਾ ਵੀ ਨਹੀਂ ਹੋਇਆ ਅਜੇ। ਹਾਂਜੀ, ਅਜੇ 100 ਦਿਨ ਵੀ, ਬਿਲਕੁਲ ਜੀ, 100 ਦਿਨ ਵੀ ਪੂਰੇ ਨਹੀਂ ਹੋਏ। ਬਜਾਏ ਇਸ ਦੇ ਕਿ ਮਾਹੌਲ ਐਸਾ ਬਣਾਇਆ ਜਾਵੇ ਕਿ ਜਿਨ੍ਹਾਂ ਡਿਵੈਲਪਮੈਂਟ ਦੇ ਮੁੱਦੇ ਤੇ ਔਰ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਇਹਨਾਂ ਨੇ ਕਿ ਅੱਛੇ ਦਿਨ ਆने ਵਾਲੇ ਹੈ, ਉਹ ਮਾਹੌਲ ਬਣਾਉਣ ਦੀ ਬਜਾਏ ਮਾਹੌਲ ਜਿਹੜਾ ਆ ਉਹ ਸ਼ਾਇਦ ਡੀਰੇਲ ਕਰਨ ਦੀਆਂ ਜਿਹੜੀਆਂ ਸਿਚੁਏਸ਼ਨਸ ਨੇ ਉਹ ਇਸ ਕਰਕੇ ਕ੍ਰੀਏਟ ਕੀਤੀਆਂ ਜਾ ਰਹੀਆਂ ਕਿ ਕੁਝ ਇੰਪੋਰਟੈਂਟ ਸਟੇਟਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਸਟੇਟ ਅਸੈਂਬਲੀਜ਼ ਦੀਆਂ ਇਲੈਕਸ਼ਨਾਂ ਨੇ, ਇਹ ਕਿਤੇ ਨਾ ਕਿਤੇ ਵੋਟਸ ਨੂੰ ਪੋਲਰਾਈਜ਼ ਕਰਨ ਦੀ ਜਿਹੜੀ ਹੈ ਕਾਰਵਾਈ ਚੱਲ ਰਹੀ ਆ। ਯੂਪੀ ਇਹਨਾਂ ਦੀ ਸਭ ਤੋਂ ਵੱਡੀ ਸਟੇਟ ਆ, ਸਭ ਤੋਂ ਜ਼ਿਆਦਾ ਇਹਨਾਂ ਨੂੰ ਐਮਪੀ ਉੱਥੋਂ ਮਿਲੇ ਨੇ। ਉਹਦੀ ਇਹ ਹੁਣੀ ਤੋਂ ਤਿਆਰੀ ਇਹਨਾਂ ਨੇ ਸ਼ੁਰੂ ਕਰ ਦਿੱਤੀ ਆ ਕਿ ਉੱਥੇ ਉਸ ਸਟੇਟ ਦੇ ਵਿੱਚ, ਚਾਹੇ ਅੱਜ ਦੀ ਡੇਟ 'ਚ ਮੈਂ ਇੱਥੇ ਵੀ ਜ਼ਿਕਰ ਕਰਾਂ ਕਿ ਸਹਾਰਨਪੁਰ ਦੰਗਿਆਂ ਦੀ ਵੀ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਬੀਜੇਪੀ ਦੇ ਐਮਪੀ ਦਾ ਹੱਥ ਜਿਹੜਾ ਆ ਉਹ ਦੱਸਿਆ ਗਿਆ ਕਿ ਜਿਹੜੀ ਕਰਾਊਡ ਸੀਗੀ ਉਹਨੂੰ ਇਨਸਟੀਗੇਟ ਕੀਤਾ ਆ ਵੀ ਤੁਸੀਂ ਦੰਗੇ ਕਰੋ, ਅੱਗਾਂ ਲਾ ਦਿਓ, ਦੁਕਾਨਾਂ ਸਾੜ ਦਿਓ ਤੇ ਸਭ ਕੁਝ ਕਰ ਦਿਓ। ਤੇ ਇਹ ਕਿਤੇ ਨਾ ਕਿਤੇ ਇਹ ਪੋਲਿਟਿਕਸ ਜਿਹੜੀ ਹੈਗੀ ਆ ਉਹ ਡਿਵਾਈਡ ਐਂਡ ਰੂਲ ਵਾਲੀ ਹੀ ਗੱਲ ਨਜ਼ਰ ਆ ਰਹੀ ਹੈ। ਇਹ ਕਹਿੰਦੇ ਤੇ ਨੇ ਵੀ ਗੋਰੇ ਇਹ ਕੰਮ ਕਰਦੇ ਸੀ ਜਾਂ ਬ੍ਰਿਟਿਸ਼ਰਸ ਇਹ ਕੰਮ ਕਰਦੇ ਸੀਗੇ, ਇਹ ਵੀ ਇਹੀ ਕੁਝ ਕਰ ਰਹੇ ਨੇ। ਅੱਜ ਇਹਨਾਂ ਦੇ ਕਰਕੇ ਜੇ ਅੱਜ ਅਕਾਲ ਤਖਤ ਦੇ ਜਥੇਦਾਰ ਨੇ ਬਿਆਨ ਦਿੱਤਾ ਆ, ਇੱਕ ਮੁਸਲਿਮ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਪ੍ਰਦਰਸ਼ਨ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਇੰਡੀਆ ਨੂੰ ਮੁਸਲਿਮ ਸਟੇਟ ਡਿਕਲੇਅਰ ਕਰ ਦਿਓ। ਜੇ ਮੰਨ ਲਓ ਵੀ ਇਹ ਇਹਨਾਂ ਨੇ ਕਹਿਣਾ ਹੀ ਹੈਗਾ ਕਿ ਹਰ ਭਾਰਤੀ ਜਿਹੜਾ ਹੈਗਾ, ਹਿੰਦੁਸਤਾਨ 'ਚ ਰਹਿਣ ਵਾਲਾ ਬੰਦਾ ਜਿਹੜਾ ਹੈਗਾ ਹਿੰਦੂ ਹੈਗਾ, ਤੇ ਹਿੰਦੂ ਸ਼ਬਦ ਜਿਹੜਾ ਹੈਗਾ ਹਾਲਾਂਕਿ ਇਹਦੀ ਬੜੀ ਹੋਰ ਤਰ੍ਹਾਂ ਦੀ ਹਿਸਟਰੀ ਹੈਗੀ ਹੈ, ਇਹਨਾਂ ਦਾ ਆਪਣਾ ਨਾਂ ਨਹੀਂ ਹੈ ਹਿੰਦੂ ਧਰਮ ਦਾ, ਇਹਨਾਂ ਨੂੰ ਕਿਸੇ ਅਰਬੀ ਲੋਕਾਂ ਨੇ ਜਿਹੜਾ ਹੈਗਾ ਉਹ ਇਹਦਾ ਨਾਂ ਦਿੱਤਾ ਹੋਇਆ ਉਹਨਾਂ ਨੂੰ। ਤੇ ਪਰ ਇਹ ਹਿੰਦੂ ਕਹਿਣ ਦੀ ਬਜਾਏ ਹਿੰਦੂ ਤੇ ਹਿੰਦੂ ਧਰਮ ਦੇ ਨਾਲ ਜੁੜਿਆ ਹੋਇਆ ਸ਼ਬਦ ਹੈਗਾ, ਉਹਨੂੰ ਆਪਾਂ ਭਾਰਤੀ ਜੇ ਕਹਿ ਲਓ, ਮੰਨ ਲਓ ਕਿ ਜੇ ਹਿੰਦੁਸਤਾਨੀ ਵੀ ਕਹਿ ਲਓ ਤਾਂ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਮੈਂ ਵੀ ਹਿੰਦੁਸਤਾਨੀ ਆ, ਤੁਸੀਂ ਵੀ ਹਿੰਦੁਸਤਾਨੀ ਹੈ, ਹਰ ਇੱਕ ਮੁਸਲਮਾਨ ਹਿੰਦੁਸਤਾਨੀ ਤੇ ਹੋ ਸਕਦਾ ਨਹੀਂ। ਭਾਜੀ ਮੇਰਾ ਸਵਾਲ, ਮੇਰਾ ਭਾਜੀ ਸਵਾਲ ਇਹ ਹੈਗਾ ਜੇ ਇਹਨਾਂ ਦਾ ਇੰਟੈਂਸ਼ਨ ਤੇ ਕਹਿ ਲਓ ਕਿ ਇੱਕ ਤਰ੍ਹਾਂ ਦਾ ਜਿਹੜੀ ਹੈਗਾ ਕਿ ਵਖਰੇਵਾ ਪੈਦਾ ਕਰਨ ਦਾ ਹੀ ਹੈਗਾ, ਇਕੱਠੇ ਕਰਨ ਵਾਲਾ ਤੇ ਕੋਈ ਨਹੀਂ ਲੱਗਦਾ। ਨਹੀਂ ਭਾਜੀ, ਮੈਂ ਇਹੀ ਗੱਲ ਕਹਿਣ ਲੱਗਾ ਸੀਗਾ ਵੀ ਮੇਰਾ ਜਿਹੜਾ ਸਵਾਲ ਇਹ ਹੈਗਾ ਕਿ ਕੀ ਗੱਲ ਹੈ ਇਹਨਾਂ ਨੂੰ 60 ਸਾਲਾਂ ਬਾਅਦ ਯਾਦ ਆਇਆ ਕਿ ਹਿੰਦੁਸਤਾਨ 'ਚ ਰਹਿਣ ਵਾਲੇ ਜਿਹੜੇ ਨੇ ਹਿੰਦੂ ਨੇ, ਇਹਨਾਂ ਨੂੰ ਪਿਛਲੇ 10 ਸਾਲ ਕਾਂਗਰਸ ਪਾਵਰ ਸੀਗੀ, ਇਹਨਾਂ ਨੂੰ ਉਦੋਂ ਕੋਈ ਨਹੀਂ ਯਾਦ ਆਇਆ ਵੀ ਮੈਂ ਇਹ ਬਿਆਨ ਦੇਣੇ ਨੇ, ਇਹਨਾਂ ਨੂੰ ਹੁਣੀ ਕਿਉਂ ਯਾਦ ਆਇਆ? ਦੂਸਰੀ ਗੱਲ, ਸੰਵਿਧਾਨ ਜਿਹੜਾ ਇੰਡੀਆ ਦਾ ਉਹਦੀ ਜਿਹੜੀ ਆਪਾਂ ਕਹੀਏ ਕਿ ਜਿਹੜਾ ਬੇਸ ਆ, ਇਹ ਸਟੇਟਮੈਂਟ ਉਹਦੇ ਹੀ ਅਗੇਂਸਟ ਉਹਨੂੰ ਕੰਟਰਾਡਿਕਟ ਕਰਦੀ ਹੈ। ਤੇ ਜਿਹੜਾ ਬੰਦਾ ਇੰਨਾ ਸੀਨੀਅਰ ਲੀਡਰ ਹੋ ਕੇ ਉਹਨੂੰ ਅਗਰ ਇਸ ਗੱਲ ਦੀ ਸਮਝ ਨਹੀਂ ਹੈਗੀ ਕਿ ਉਹ ਕੀ ਬਿਆਨ ਦੇ ਰਿਹਾ ਔਰ ਉਹ ਜਿਹੜੇ ਦੇਸ਼ ਦੀਆਂ ਗੱਲਾਂ ਕਰ ਰਿਹਾ ਉਹਦੇ ਸੰਵਿਧਾਨ ਦੇ ਅਗੇਂਸਟ ਉਹ ਗੱਲ ਕਰ ਰਿਹਾ, ਤੇ ਮੈਂ ਤੇ ਇਹਨੂੰ ਇਸ ਤਰ੍ਹਾਂ ਕਹੂੰਗਾ ਕਿ ਉਹ ਬੱਚਾ ਨਹੀਂ ਹੈ ਬੰਦਾ, ਉਹਨੂੰ ਚੰਗਾ ਭਲਾ ਪਤਾ ਹੈ ਵੀ ਉਹ ਕੀ ਬਿਆਨ ਦੇ ਰਿਹਾ ਔਰ ਉਹਨੂੰ ਪਤਾ ਹੈ ਕਿ ਉਹ ਕੀ ਅਚੀਵ ਕਰਨਾ ਚਾਹੁੰਦਾ। ਇਹ ਤਾਂ ਅਗੇਨ ਦੇਸ਼ ਦੇ ਜਿਹੜੇ ਸਿਆਣੇ ਮੈਂ ਕਹੂੰਗਾ ਕਿ ਸਿਟੀਜ਼ਨ ਨੇ, ਚਾਹੇ ਉਹ ਇੰਡੀਆ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਨੇ, ਉਹਨਾਂ ਨੂੰ ਇਹ ਪੋਲਿਟਿਕਸ ਜਿਹੜੀ ਹੈਗੀ ਆ ਇਸ ਤੋਂ ਕਿਸ ਤਰ੍ਹਾਂ ਬਚਣਾ ਆ ਤੇ ਉਹਦੇ ਬਾਰੇ 'ਚ ਉਹਨਾਂ ਨੂੰ ਸੋਚਣਾ ਪਊਗਾ, ਕਿਉਂਕਿ ਇਹੋ ਜਿਹੇ ਲੀਡਰ ਤਾਂ ਹਮੇਸ਼ਾ ਇਰਰਿਸਪੌਂਸਿਬਲ ਸਟੇਟਮੈਂਟਸ ਦਿੰਦੇ ਹੀ ਰਹਿਣਗੇ। ਨਾਲੇ ਇਹ ਗੱਲ ਤੇ ਹੋਏਗੀ ਵੀ ਜਿਨ੍ਹਾਂ ਦੀ ਉਹਨਾਂ ਦੀ ਮਨਸ਼ਾ ਹੈਗਾ ਉਹ ਤਾਂ ਹੀ ਅਚੀਵ ਹੁੰਦੀ ਹੈ ਜੇ ਪ੍ਰਗਾੜ ਪੈਦਾ ਹੋਵੇ, ਲੋਕੀ ਆਪਸ ਵਿੱਚ ਲੜਨ ਤੇ ਡਿਵਾਈਡ ਹੋਣ, ਪੋਲਰਾਈਜੇਸ਼ਨ ਆਫ ਵੋਟਸ ਹੋਵੇ, ਤੇ ਤਾਂ ਹੀ ਉਹਨਾਂ ਦਾ ਮਸਲਾ ਜਿਹੜਾ ਇਹ ਹੱਲ ਹੁੰਦਾ, ਉਹਨਾਂ ਦਾ ਮਕਸਦ ਹੱਲ ਹੁੰਦਾ। ਹਾਂਜੀ। ਇਹ ਦੂਜੀ ਗੱਲ ਆਪਾਂ ਕਰਾਂਗੇ ਕਿ ਪਾਕਿਸਤਾਨ ਔਰ ਇੰਡੀਆ ਦੇ ਜਿਹੜੇ ਰਿਲੇਸ਼ਨ ਹੈ ਉਹਨਾਂ ਨੂੰ ਲੈ ਕੇ ਫਿਰ ਇੱਕ ਵਾਰੀ ਕੁੜੱਤਣ ਪੈਦਾ ਹੋਈ ਹੈ। ਗੱਲਬਾਤ ਹੋਣ ਵਾਲੀ ਸੀ ਤੇ ਉਹਨੂੰ ਰੱਦ ਕਰ ਦਿੱਤਾ ਹੈ ਇੰਡੀਅਨ ਗਵਰਨਮੈਂਟ ਨੇ। ਇਹਦਾ ਕੀ ਕਾਰਨ ਹੈ ਤੁਸੀਂ ਸਮਝਦੇ ਹੋ, ਕਿਉਂ ਕੀਤਾ ਗਿਆ ਹੈ? ਭਾਜੀ ਮੈਂ ਕਹੂੰਗਾ ਕਿ ਇੰਡੀਆ ਵੱਲੋਂ ਜਾਂ ਮੋਦੀ ਇਨ ਪਾਰਟਿਕੂਲਰ ਬਹੁਤ ਵਧੀਆ ਸਟਾਰਟ ਲਿੱਤਾ ਗਿਆ ਸੀਗਾ ਜਦੋਂ ਉਹਨਾਂ ਨੇ ਸਹੁੰ ਚੱਕਣੀ ਸੀਗੀ ਤੇ ਉਹਨਾਂ ਨੇ ਸਾਰਕ ਨੇਸ਼ਨ ਦੇ ਲੀਡਰਸ ਜਿਹੜੇ ਸੀਗੇ, ਜਿਹੜੇ ਆਪਾਂ ਕਹੀਏ ਤੇ ਜਿਹੜੇ ਪੜੋਸੀ ਮੁਲਕ ਸੀਗੇ, ਉਹਨਾਂ ਦੇ ਸਾਰੇ ਲੀਡਰਸ ਨੂੰ ਬੁਲਾਇਆ ਸੀ ਔਰ ਖਾਸ ਤੌਰ ਤੇ ਪਾਕਿਸਤਾਨ ਤੋਂ ਮੀਆਂ ਨਵਾਜ਼ ਸ਼ਰੀਫ ਨੂੰ ਬੁਲਾਇਆ ਸੀ। ਔਰ ਹਿੰਦੁਸਤਾਨ ਦੀ ਸਰਕਾਰ ਬਹੁਤ ਇਸ ਗੱਲ ਤੋਂ ਵੀ ਖੁਸ਼ ਸੀਗੀ ਕਿ ਉਹਨਾਂ ਨੇ ਸ਼ਿਰਕਤ ਕਰਕੇ
ਸਹੁੰ ਚੱਕਣ ਵਾਲੀ ਸੈਰੇਮਨੀ 'ਚ ਪਾਰਟਿਸਿਪੇਟ ਕੀਤਾ, ਮੋਦੀ ਨਾਲ ਇੰਟਰੈਕਸ਼ਨ ਹੋਈ। ਬਹੁਤ ਅੱਛਾ ਇੱਕ ਟ੍ਰੈਂਡ ਜਿਹੜਾ ਸੀਗਾ ਸੈੱਟ ਹੋ ਚੁੱਕਿਆ ਸੀਗਾ, ਬੇਸ ਬਣ ਚੁੱਕਿਆ ਸੀਗਾ। ਤੇ ਇਸ ਤੋਂ ਹੁਣ ਕਿਤੇ ਗਾਂਹ ਵਧਣ ਦੀ ਗੱਲਾਂ ਸਾਰੀਆਂ ਦੋਨੋਂ ਖਿਆਲ ਸਾਈਡਾਂ ਸੋਚ ਰਹੀਆਂ ਸੀ। ਪਰ ਐਟ ਦਾ ਸੇਮ ਟਾਈਮ ਜਿਹੜੀ ਡਿਵੈਲਪਮੈਂਟ ਪਾਕਿਸਤਾਨ ਦੇ ਇੰਟਰਨਲ ਇਸ਼ੂਜ਼ ਤੇ ਜਾਂ ਇੰਟਰਨਲ ਮੈਟਰਸ ਵਿੱਚ ਹੋ ਗਈ ਆ, ਉਹ ਇਹ ਹੈ ਕਿ ਤਹਿਰੀਕ ਪਾਕਿਸਤਾਨ ਜਿਹੜੀ ਹੈਗੀ ਹੈ ਜੀ, ਇਮਰਾਨ ਖਾਨ ਉਹਨਾਂ ਦੇ ਲੀਡਰ ਨੇ, ਐਕਸ ਕ੍ਰਿਕਟਰ ਨੇ, ਉਹ ਇੱਕ ਪਾਸੇ ਤੇ ਦੂਜੇ ਪਾਸੇ ਇਧਰੋਂ ਕੈਨੇਡਾ ਤੋਂ ਗਏ ਨੇ ਤਾਂ ਆਪਣਾ ਕਾਦਰੀ ਸਾਹਿਬ, ਉਹ ਜਾ ਕੇ ਅੱਜ ਉਹਨਾਂ ਨੇ ਮੁਹਿੰਮ ਚਲਾਈ ਹੋਈ ਆ। ਔਰ ਆਲਦੋ ਅਗੇਨ ਇਕੱਠੇ ਇੱਕ ਪਲੇਟਫਾਰਮ ਤੇ ਨਹੀਂ ਹੈਗੇ, ਪਰ ਗੱਲ ਇੱਕੋ ਹੀ ਕਰ ਰਹੇ ਨੇ ਵੀ ਕਿ ਨਵਾਜ਼ ਸ਼ਰੀਫ ਗਵਰਨਮੈਂਟ ਜਾਵੇ, ਨਵਾਜ਼ ਸ਼ਰੀਫ ਰਿਜ਼ਾਈਨ ਕਰੇ, ਦੁਬਾਰਾ ਇਲੈਕਸ਼ਨਸ ਹੋਣ, ਕਿਉਂਕਿ ਜਿਹੜੀਆਂ ਪਿਛਲੀਆਂ ਇਲੈਕਸ਼ਨ ਸੀਗੀਆਂ ਉਹਦੇ 'ਚ ਲਾਰਜ ਸਕੇਲ ਧਾਂਦਲੀ ਹੋਈ ਹੈ ਔਰ ਲੋਕਾਂ ਨੂੰ ਜਿਸ ਲੈਵਲ ਦੀ ਕਰਪਸ਼ਨ ਦੇਖਣ ਨੂੰ ਮਿਲ ਰਹੀ ਹੈ ਉਹ ਉਸ ਤੋਂ ਡਿਸਸੈਟਿਸਫਾਈਡ ਨੇ। ਉਹ ਇਲੈਕਸ਼ਨ ਪ੍ਰੋਸੈਸ 'ਚ ਵੀ ਚੇਂਜ ਚਾਹੁੰਦੇ ਨੇ। ਸੋ ਕਾਫੀ ਸਾਰੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਬੜੀ ਵੱਡੀ ਇੱਕ ਮੁਸੀਬਤ ਉਸ ਸਰਕਾਰ ਵਾਸਤੇ ਖੜੀ ਹੋਈ ਹੈ। ਹਾਂਜੀ, ਉਹਨਾਂ ਨੇ ਜਾ ਕੇ ਜੀ ਹੁਣ ਜਿਹੜਾ ਉਹਨਾਂ ਦਾ ਰੈੱਡ ਜ਼ੋਨ ਕਹਿੰਦੇ ਨੇ ਜੀ, ਜਿਹੜੀ ਹਾਈਐਸਟ ਸਿਕਿਉਰਿਟੀ ਜ਼ੋਨ ਹੈ, ਜਿੱਥੇ ਉਹਨਾਂ ਦੀ ਪਾਰਲੀਮੈਂਟ ਹੈਗੀ ਆ, ਇੰਪੋਰਟੈਂਟ ਬਿਲਡਿੰਗਸ ਨੇ ਗਵਰਨਮੈਂਟ ਦੀਆਂ, ਉੱਥੇ ਅੰਬੈਸੀਜ਼ ਹੈਗੀਆਂ ਨੇ, ਈਵਨ ਇੰਪੋਰਟੈਂਟ ਏਰੀਆ ਹੈਗਾ, ਤੇ ਉੱਥੇ ਵੀ ਬੈਰੀਕੇਡ ਤੋੜ ਕੇ ਉਹ ਪਹੁੰਚੇ ਨੇ। ਉੱਥੇ ਮੁਜ਼ਾਹਰੇ ਚੱਲ ਰਹੇ ਆ, ਰਾਊਂਡ ਦਾ ਕਲੌਕ ਜਿਹੜਾ ਕਰਾਊਡ ਆ ਉੱਥੇ ਬੈਠਾ ਆ, ਕੰਮ ਨਹੀਂ ਕਰਨ ਦੇ ਰਿਹਾ। ਤੇ ਉਹ ਉਸ ਸਿਚੁਏਸ਼ਨ ਦੇ ਵਿੱਚ ਹੁਣ ਇਹ ਹੈਗਾ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਅੱਜ ਨੋ ਡਾਊਟ ਪੂਰੀ ਦੁਬਾਰਾ ਇੱਕ ਵਾਰੀ ਪਾਰਲੀਮੈਂਟ 'ਚ ਉਹਨਾਂ ਨੂੰ ਮੈਂਡੇਟ ਮਿਲ ਗਈ ਹੈ ਕਿ ਅਸੀਂ ਤੁਹਾਡੇ ਪਿੱਛੇ ਹਾਂ ਤੇ ਅਸੀਂ ਤੁਹਾਨੂੰ ਸਪੋਰਟ ਕਰ ਰਹੇ ਹਾਂ। ਉਹਦੇ ਕਰਕੇ ਉਹ ਹੋਰ ਰਿਜਿਡ ਹੋ ਗਏ ਨੇ ਆਪਣੀ ਸੋਚ ਦੇ ਵਿੱਚ ਕਿ ਬਈ ਮੈਨੂੰ ਅਗਰ ਪੂਰੀ ਪਾਰਲੀਮੈਂਟ ਅਗਰ ਸਟੈਂਪ ਕਰਦੀ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਰਹਿਣਾ ਜਾਂ ਮੇਰੇ ਪਿੱਛੇ ਖੜੇ ਨੇ, ਤੇ ਮੈਂ ਇਮਰਾਨ ਖਾਨ ਕਹਿੰਦੇ ਨੇ ਕਿ ਮੈਂ ਜਿੰਨਾ ਚਿਰ ਤੱਕ ਰਿਜ਼ਾਈਨ ਨਹੀਂ ਕਰੇਗਾ ਮੈਂ ਜਾਊਂਗਾ ਨਹੀਂ। ਉਹ ਕਹਿੰਦੇ ਨੇ ਵੀ ਤੂੰ ਸਾਰੀ ਉਮਰ ਹੀ ਟ੍ਰੇਲਰ 'ਚ ਰਹੀ ਜਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, ਪਰ ਅਸੀਂ ਰਿਜ਼ਾਈਨ ਨਹੀਂ ਕਰਨਾ। ਤੇ ਦੂਜੇ ਪਾਸੇ ਜਿਹੜੀ ਪਾਕਿਸਤਾਨ ਆਰਮੀ ਆ, ਉਹਨਾਂ ਨੇ ਦੋਨਾਂ ਪਾਰਟੀਆਂ ਨੂੰ, ਦੋਨਾਂ ਧਿਰਾਂ ਨੂੰ, ਰਾਦਰ ਤਿੰਨਾਂ ਧਿਰਾਂ ਨੂੰ ਮੈਂ ਕਹੂੰਗਾ, ਕਾਦਰੀ ਸਾਹਿਬ ਨੂੰ, ਇਮਰਾਨ ਖਾਨ ਸਾਹਿਬ ਨੂੰ, ਤੇ ਇੱਧਰ ਗਵਰਨਮੈਂਟ ਜਿਹੜੀ ਆ ਲੈਡ ਬਾਈ ਨਵਾਜ਼ ਸ਼ਰੀਫ ਨੂੰ ਕਹਿਤਾ ਕਿ ਤੁਸੀਂ ਬੈਠ ਕੇ ਤੇ ਆਪਸ 'ਚ ਰਸਤਾ ਲੱਭੋ ਤੇ ਮਾਹੌਲ ਜਿਹੜਾ ਆ ਉਹ ਵਿਗੜਨਾ ਨਹੀਂ ਚਾਹੀਦਾ। ਜਿੱਥੇ ਤੱਕ ਪ੍ਰੋਬਲਮ ਦਾ ਸਵਾਲ ਹੈ ਜੀ, ਉਹ ਨਵਾਜ਼ ਸ਼ਰੀਫ ਵਾਸਤੇ ਪ੍ਰੋਬਲਮ ਇਹ ਖੜੀ ਹੋ ਗਈ ਕਿ ਇੱਕ ਪਾਸੇ ਉਹ ਚਾਹੁੰਦੇ ਸੀਗੇ ਵੀ ਮੋਦੀ ਸਾਹਿਬ ਨਾਲ ਚੈਨਲ ਓਪਨ ਹੋਇਆ, ਇਹਨੂੰ ਚਲਾਈਏ, ਦੂਜੇ ਪਾਸੇ ਹੁਣ ਇੰਟਰਨਲ ਪ੍ਰੋਬਲਮ ਕ੍ਰੀਏਟ ਹੋ ਗਈ। ਹੁਣ ਕਿਤੇ ਨਾ ਕਿਤੇ ਜਿਹੜੀ ਪਾਕਿਸਤਾਨ ਦੀ ਹੁਣ ਤੱਕ ਦੀ ਹਿਸਟਰੀ ਹੈ, ਜਿਹਦੇ ਵਿੱਚ ਮੈਜੋਰਿਟੀ ਟਾਈਮ ਦੇ ਉੱਤੇ ਮਾਰਸ਼ਲ ਲਾਅ ਲੱਗਿਆ ਹੋਇਆ ਔਰ ਮਿਲਟਰੀ ਡਿਕਟੇਟਰਸ ਨੇ ਪਾਕਿਸਤਾਨ ਨੂੰ ਰੂਲ ਕੀਤਾ, ਉਹ ਕਿਤੇ ਨਾ ਕਿਤੇ ਹਮੇਸ਼ਾ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੇ ਮਾਈਂਡ ਦੇ ਉੱਤੇ ਇਹ ਗੱਲ ਰਹਿੰਦੀ ਹੈ ਵੀ ਕਿਸੇ ਵੇਲੇ ਵੀ ਕੋਈ ਮੌਕਾ ਮਿਲਿਆ ਤੇ ਇਹ ਉਹ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਪਾਵਰ 'ਚ ਆ ਸਕਦੀ ਹੈ, ਮੈਨੂੰ ਹਟਾ ਸਕਦੀ ਹੈ, ਸੱਤਾ 'ਚ ਆ ਸਕਦੀ ਹੈ। ਔਰ ਉਹ ਚਾਹੁੰਦੇ ਨਹੀਂ ਹੈਗੇ ਕਿ ਮੈਂ ਕੋਈ ਐਸਾ ਸਿਗਨਲ ਦੇਵਾਂ, ਜਦ ਕਿ ਬਹੁਤ ਆਪੋਜੀਸ਼ਨ ਸੀਗੀ ਉਹਨਾਂ ਦੀ ਪਾਕਿਸਤਾਨ ਤੋਂ ਇੰਡੀਆ ਆਉਣ ਵਾਸਤੇ। ਜਦੋਂ ਇੰਡੀਆ ਨੇ ਮੋਦੀ ਦੇ ਬੁਲਾਏ ਤੇ ਆਏ ਨੇ ਤੇ ਪਾਰਟਿਸਿਪੇਸ਼ਨ ਵਾਸਤੇ ਬਹੁਤ ਆਪੋਜੀਸ਼ਨ ਸੀਗੀ, ਪਰ ਉਹਨਾਂ ਨੇ ਸਟੈਂਡ ਲਿੱਤਾ। ਹੁਣ ਜਿੱਥੇ ਤੱਕ ਸਵਾਲ ਇੱਕ ਨਵਾਂ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕਰਤੀ, ਜਿਹੜੇ ਕਸ਼ਮੀਰ ਇੰਡੀਅਨ ਕਸ਼ਮੀਰ 'ਚ ਬੈਠੇ ਜਿਹੜੇ ਸੈਪਰੇਟਿਸਟ ਲੀਡਰਸ ਨੇ, ਉਹਨਾਂ ਦੇ ਨਾਲ ਜਿਹੜੀ ਪਾਕਿਸਤਾਨ ਦੇ ਐਨਵਾਏ ਦੀ ਜਿਹੜੀ ਮੀਟਿੰਗ ਹੋਈ ਆ, ਜਿਹੜੀ ਐਂਬੈਸਡਰ ਦੀ ਮੀਟਿੰਗ ਹੋਈ ਆ, ਉਹਨੂੰ ਇੰਡੀਆ ਨੇ ਪੋਜ਼ਿਟਿਵਲੀ ਨਹੀਂ ਲਿੱਤਾ। ਹੁਣ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਜੇ ਤੁਸੀਂ ਇੱਕ ਗੁਆਂਢੀ ਮੁਲਕ ਹੋਣ ਦੇ ਨਾਤੇ ਤੁਹਾਨੂੰ ਪਤਾ ਆ ਕਿ ਅਸੀਂ ਇੰਡੀਆ ਦੇ ਨਾਲ ਆਪਣਾ ਪੀਸ ਸਮਝੌਤਾ ਜਾਂ ਜਿਹੜੇ ਆਪਣੇ ਮੁੱਦੇ ਨੇ ਉਹਨਾਂ ਨੂੰ ਸੋਲਵ ਕਰਨ ਵਾਸਤੇ ਅੱਗੇ ਵਧ ਰਹੇ ਆ, ਤੇ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਡੀਆ ਨੂੰ ਇਰੀਟੇਟ ਕਰਦੀ ਆ, ਔਰ ਉਹ ਵੀ ਇੰਡੀਆ ਦੇ ਘਰ 'ਚ ਬੈਠ ਕੇ ਤੁਸੀਂ ਦਿੱਲੀ ਉਹਨਾਂ ਨੂੰ ਮਿਲ ਰਹੇ ਹੋ, ਤੇ ਅਗਰ ਤੁਸੀਂ ਕੰਟਰੀ ਤੋਂ ਬਾਹਰ ਉਹਨਾਂ ਨੂੰ ਮਿਲਦੇ ਹੋ, ਕਿਸੇ ਹੋਰ ਜਗ੍ਹਾ ਤੇ ਮਿਲਦੇ ਹੋ, ਮਿਲ ਸਕਦੇ ਹੋ, ਡੈਮੋਕ੍ਰੈਟਿਕ ਸੈਟਅਪ ਹੈਗਾ, ਕਿਸੇ ਹੋਰ ਲੋਕੇਸ਼ਨ ਤੇ, ਕਿਸੇ ਹੋਰ ਵੈਨਿਊ ਤੇ ਗੱਲ ਹੋ ਸਕਦੀ ਹੈ। ਤੁਸੀਂ ਉਹਨਾਂ ਨੂੰ ਆਊਟ ਆਫ ਕੰਟਰੀ ਕਿਤੇ ਵੀ ਬੁਲਾ ਕੇ ਮਿਲ ਸਕਦੇ ਸੀਗੇ, ਗੱਲਬਾਤ ਕਰਨੀ ਹੈ, ਅਗਰ ਤੁਹਾਨੂੰ ਲੱਗਦਾ ਵੀ ਗੱਲਬਾਤ ਕਰਨੀ ਜ਼ਰੂਰੀ ਹੈ ਉੱਥੇ ਕਰ ਸਕਦੇ ਹੋ। ਤੁਸੀਂ ਇਨ ਦਾ ਹਾਰਟ ਆਫ ਦਾ ਕੰਟਰੀ, ਜਿਹਦੇ ਨਾਲ ਤੁਸੀਂ ਪੀਸ ਚਾਹੁੰਦੇ ਹੋ, ਜਿਹਦੇ ਨਾਲ ਤੁਸੀਂ ਸਮਝੌਤਾ ਕਰਕੇ ਆਪਣੀ ਪ੍ਰੋਬਲਮ ਸੋਲਵ ਕਰਨਾ ਚਾਹੁੰਦੇ ਹੋ, ਉਹਨਾਂ ਦੀਆਂ ਇਮੋਸ਼ਨਸ ਨੂੰ ਤੁਸੀਂ ਹਰਟ ਕਰ ਰਹੇ ਹੋ, ਤਾਂ ਤੁਸੀਂ ਮੈਸੇਜ ਜਿਹੜਾ ਇਹੀ ਦੇ ਰਹੇ ਹੋ ਕਿ ਭਾਈ ਅਸੀਂ ਪਰਵਾਹ ਨਹੀਂ ਕਰਦੇ। ਤੇ ਜੇ ਉਹ ਗੱਲ ਹੈਗੀ ਹੈ, ਇਹ ਇੰਟੈਂਸ਼ਨਲੀ ਮਤਲਬ ਇਹ ਕੀਤਾ ਗਿਆ ਤਾਂ ਕਿ ਲੋਕਾਂ ਦਾ ਜਿਹੜਾ ਧਿਆਨ ਡਿਵਰਟ ਕੀਤਾ ਜਾਵੇ ਤੇ ਆਪਣੇ ਪਾਕਿਸਤਾਨੀ ਲੋਕ ਜਿਹੜੇ ਹੈਗੇ ਨੇ ਵੀ ਉਹ ਇਕੱਠੇ ਕੀਤੇ ਜਾਣ ਕਿਸੇ ਇਮੋਸ਼ਨਲੀ ਵੀ ਦੇਖੋ ਜੀ। ਨਹੀਂ, ਲੋਕਾਂ ਨਾਲੋਂ ਜ਼ਿਆਦਾ ਜੀ ਨਵਾਜ਼ ਸ਼ਰੀਫ ਦੀ ਮਜਬੂਰੀ ਇਹ ਹੋ ਗਈ ਕਿ ਉਹ ਇੱਥੇ ਆ ਕੇ ਮੋਦੀ ਸਾਹਿਬ ਨੂੰ ਮਿਲਤੇ ਗਏ।
ਹੁਣ ਉਹ ਇਹ ਇਸ ਚੀਜ਼ ਨਾਲ ਉਹ ਇਹ ਕਨਵੇ ਕਰਨਾ ਮਤਲਬ ਚਾਹੁੰਦੇ ਸੀਗੇ, ਔਰ ਉਹ ਕਨਵੇ ਕੀਤਾ ਆ ਉਹਨਾਂ ਨੇ ਆਰਮੀ ਨੂੰ ਕਿ ਅਸੀਂ ਕੋਈ ਕਿਸੇ ਤੁਹਾਡੇ ਤੋਂ ਪਰੇ ਹਟ ਕੇ ਗੱਲ ਨਹੀਂ ਕਰ ਰਹੇ, ਵੀ ਜਿਹੜੀ ਲੈਂਗੁਏਜ ਤੁਸੀਂ ਬੋਲ ਰਹੇ ਹੋ ਅਸੀਂ ਵੀ ਉਹੀ ਬੋਲ ਰਹੇ ਹਾਂ। ਮੈਂ ਆਰਮੀ ਨੂੰ ਉਹਦੀ ਆਰਮੀ ਨੂੰ ਖੁਸ਼ ਕਰਨ ਵਾਸਤੇ, ਹਾਂਜੀ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਜਿਹੜਾ ਸਟੈਪ ਲਿੱਤਾ ਹੈ। ਤੇ ਇਸ ਚੀਜ਼ ਨੇ ਸਰਟਨਲੀ ਜੀ ਬਹੁਤ ਵੱਡਾ ਸੈਟਬੈਕ ਦਿੱਤਾ ਆ ਇੰਡੀਆ। ਮੈਂ ਕਹੂੰਗਾ ਇਸ ਪੁਆਇੰਟ ਤੇ ਬਿਲਕੁਲ ਸਹੀ ਆ। ਉਹਨਾਂ ਨੇ ਆਪਣੀ ਜਿਹੜੀ ਫੋਰਨ ਸੈਕਟਰੀ ਲੈਵਲ ਤੇ ਜਿਹੜੀ ਮੀਟਿੰਗ ਹੋਣੀ ਸੀਗੀ ਉਸ ਤੋਂ ਮਨਾ ਕਰ ਦਿੱਤਾ ਕਿ ਭਾਈ ਜੀ ਤੁਸੀਂ ਪਹਿਲਾਂ ਇਸ ਗੱਲ ਦਾ ਫੈਸਲਾ ਕਰ ਲਓ ਕਿ ਤੁਸੀਂ ਇਹਨਾਂ ਨੂੰ ਮਿਲਣਾ ਹੈ ਕਿ ਸਾਨੂੰ ਮਿਲਣਾ ਹੈ। ਪਰ ਮੈਂ ਦੇਖਿਆ ਕਿ ਜਿਹੜੀ ਪਾਕਿਸਤਾਨ ਦੇ ਜਿਹੜੇ ਫੋਰਨ ਸੈਕਟਰੀ ਹੈਗੀ ਆ, ਜਿਹੜਾ ਉਹਨਾਂ ਸਪੋਕਸ ਪਰਸਨ ਸੀ, ਉਹਨੇ ਵੀ ਇਹ ਗੱਲ ਫਿਰ ਦੁਹਰਾਈ ਹੈ ਕਿ ਆਪਾਂ ਕਸ਼ਮੀਰ ਨੂੰ ਜਿਹੜਾ ਹੈਗਾ ਵੀ ਇੰਡੀਆ ਦਾ ਹਿੱਸਾ ਹੀ ਨਹੀਂ ਮੰਨਦੇ ਹੈਗੇ, ਇਸ ਕਰਕੇ ਅਸੀਂ ਉਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ। ਮਤਲਬ ਉਹ ਆਪਣੀ ਜਗ੍ਹਾ ਤੇ ਅਜੇ ਤੱਕ ਵੀ ਅੜੇ ਹੋਏ ਹੈਗੇ ਨੇ ਕਿ ਅਸੀਂ ਨਹੀਂ। ਇਹ ਸਾਰੀਆਂ ਗੱਲਾਂ ਭਾਜੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਰਮੀ ਨੂੰ ਖੁਸ਼ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਨੇ। ਇਹ ਕਿਤੇ ਨਾ ਕਿਤੇ ਮੈਸੇਜ ਦਿੱਤਾ ਜਾ ਰਿਹਾ ਆ। ਉਧਰ ਵੀ ਆਪਣਾ ਜਿਹੜੇ ਆਰਮੀ ਚੀਫ ਹੈਗੇ ਨੇ ਰਾਹੀਲ ਸ਼ਰੀਫ, ਉਹਨਾਂ ਨੂੰ ਇਹ ਮੈਸੇਜ ਦਿੱਤਾ ਜਾ ਰਿਹਾ ਕਿ ਤੁਸੀਂ ਘਬਰਾਓ ਨਾ, ਅਸੀਂ ਕੋਈ ਇੰਡੀਆ ਨਾਲ ਸਮਝੌਤਾ ਨਹੀਂ ਕਰ ਰਹੇ, ਕੋਈ ਕਸ਼ਮੀਰ ਤੋਂ ਹਟ ਕੇ ਗੱਲ ਨਹੀਂ ਕਰ ਰਹੇ, ਤੇ ਅਸੀਂ ਅਜੇ ਵੀ ਉਹੀ ਸਟੈਂਡ ਹੈਗਾ ਜੋ ਤੁਸੀਂ ਚਾਹੁੰਦੇ ਹੋ, ਉਹੀ ਗੱਲ ਕਰ ਰਹੇ ਹਾਂ। ਤਾਂ ਕਹਿਣ ਦਾ ਮਤਲਬ ਕਿ ਇਹਨਾਂ ਦੀ ਜਿਹੜੀ ਸੱਤਾਧਾਰੀਆਂ ਦੀ ਜਿਹੜੀ ਆਪਣੀਆਂ ਜਿਹੜੀਆਂ ਸਕੀਮਾਂ ਹੁੰਦੀਆਂ, ਆਪਣੇ ਜਿਹੜੀ ਸੋਚ ਹੁੰਦੀ ਹੈ, ਉਹਨੂੰ ਆਮ ਲੋਕਾਂ ਤੇ ਲਾਗੂ ਕਰਕੇ ਤੇ ਉਹਨਾਂ ਦੇ ਵਾਸਤੇ ਦੁਖਾਂਤ ਦਾ ਇੱਕ ਕਾਰਨ ਬਣਦੇ। ਬਿਲਕੁਲ ਜੀ, ਉਹਨਾਂ ਨੇ ਇੱਕ ਮਾਹੌਲ ਅੱਛਾ ਬਣਿਆ ਸੀਗਾ, ਉਹਦੇ 'ਚ ਕੜਤਨ ਜਿਹੜੀ ਆ ਉਹ ਪੈਦਾ ਕਰ ਦਿੱਤੀ ਹੈ। ਇਜ਼ਰਾਈਲ ਔਰ ਫਲਸਤੀਨ ਦਾ ਅੱਜ ਕੀ ਪੋਜੀਸ਼ਨ ਹੈਗੀ ਹੈ? ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਥੋੜੀ ਜੰਗਬੰਦੀ ਚੱਲ ਰਹੀ ਸੀ, ਪਰ ਫਿਰ ਇੱਕਦਮ ਮੈਨੂੰ ਲੱਗਦਾ ਵੀ ਕੁਝ ਫਿਰ ਉੱਥੇ ਗੜਬੜ ਹੋਈ। ਉਹਦੇ ਬਾਰੇ ਵੀ ਥੋੜਾ ਦਰਸ਼ਕਾਂ ਨੂੰ ਅਪਡੇਟ ਕਰੋ ਕਿ ਇਜ਼ਰਾਈਲ ਔਰ ਫਲਸਤੀਨ ਦੀ ਜਿਹੜੀ ਆਪਸ ਵਿੱਚ ਹਮਾਸ ਦੇ ਨਾਲ ਜਿਹੜੀ ਹੈ ਪੈਦਾ ਹੋਈ ਸੀ, ਉਹਦੀ ਕੀ ਅੱਜ ਦੀ ਡੇਟ 'ਚ ਅਪਡੇਟ ਹੈ? ਹਾਂਜੀ, ਫੈਕਟ ਉੱਥੇ ਦੇ ਸੱਚਾਈ ਅੱਜ ਦੀ ਡੇਟ 'ਚ ਇਹ ਹੈਗੀ ਹੈ ਜੀ ਕਿ ਜਿਹੜੀ ਕਾਇਰੋ ਇਹਨਾਂ ਦੀ ਗੱਲਬਾਤ ਚੱਲੀ ਸੀਗੀ, ਇਜਿਪਟ ਨੇ ਮੀਡੀਏਟ ਕੀਤਾ ਸੀਗਾ, ਉਹ ਗੱਲ ਕਿਸੇ ਪਾਸੇ ਵੀ ਸਿਰੇ ਨਹੀਂ ਲੱਗ ਸਕੀ। ਔਰ ਉਹਦੇ ਵੀ ਖਾਸ ਕਾਰਨ ਆਪਾਂ ਪਹਿਲਾਂ ਵੀ ਪ੍ਰੋਗਰਾਮ 'ਚ ਡਿਸਕਸ ਕੀਤੇ ਨੇ, ਤੇ ਉਹਦਾ ਲਾਰਜਲੀ ਰੀਜ਼ਨ ਇਹੀ ਹੈਗਾ ਕਿ ਹਮਾਸ ਦਾ ਕੋਈ ਇੱਕ ਰਿਪਰੈਜ਼ੈਂਟੇਟਿਵ ਨਹੀਂ ਹੈਗਾ। ਜਾਂ ਅੱਜ ਪੈਲੇਸਟਾਈਨ ਦੀ ਪੋਜੀਸ਼ਨ ਇਹ ਹੈਗੀ ਹੈ ਕਿ ਉੱਥੇ ਡਿਵਾਈਡਡ ਹਾਊਸ ਆ, ਆਪ ਵੀ ਐਜ਼ ਪੈਲੇਸਟਾਈਨ ਡਿਵਾਈਡਡ ਹਾਊਸ ਹੈ। ਹਮਾਸ ਮੋਸਟ ਪਾਵਰਫੁਲ ਆ ਕਿਉਂਕਿ ਮਿਲੀਟੈਂਟ ਆਰਗੇਨਾਈਜੇਸ਼ਨ ਹੈ, ਇਸ ਕਰਕੇ ਉਹ ਬਾਕੀਆਂ ਨੂੰ ਵੀ ਦਬਾਉਂਦੀ ਆ ਜਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੀ ਹੈ। ਬਾਕੀ ਡਰਦੇ ਉਹਨਾਂ ਦਾ ਕੋਈ ਗੱਲ ਨਹੀਂ ਕਰਦੇ। ਇਸ ਕਰਕੇ ਕੋਈ ਇੱਕ ਪਰਟੀਕੂਲਰ ਇੰਡੀਵਿਜੂਅਲ ਨਹੀਂ ਹੈਗਾ ਜਿਹੜਾ ਅੱਜ ਸਾਹਮਣੇ ਬੈਠ ਕੇ ਗੱਲ ਕਰੇ ਵੀ ਹਾਂਜੀ ਮੈਂ ਗੱਲ ਕਰਦਾ ਤੇ ਜੇ ਮੈਂ ਤੁਹਾਡੇ ਨਾਲ ਫੈਸਲਾ ਕਰੂੰਗਾ ਤੇ ਇਹ ਉੱਥੇ ਔਨ ਦਾ ਅਰਥ ਜਿਹੜਾ ਇੰਪਲੀਮੈਂਟ ਹੋਊਗਾ ਔਰ ਆਪਾਂ ਸ਼ਾਂਤੀ ਉਸ ਏਰੀਏ 'ਚ ਬਹਾਲ ਕਰ ਦਾਂਗੇ। ਜਦੋਂ ਟਾਕਸ ਜਿਹੜੀਆਂ ਕਾਇਰੋ 'ਚ ਚੱਲ ਰਹੀਆਂ ਸੀਗੀਆਂ, ਮੀਡੀਏਸ਼ਨ ਚੱਲ ਰਹੀ ਸੀਗੀ, ਉਹ ਫੇਲ ਹੋਈ ਤੇ ਹਮਾਸ ਵੱਲੋਂ ਜਿਹੜੀ ਇਜ਼ਰਾਈਲ ਦੇ ਉੱਤੇ ਰਾਕਟ ਲਾਂਚਿੰਗ ਆ ਉਹ ਹੋਈ। ਉਹਨੇ ਜਿਹੜਾ ਇੱਕ ਮੈਂ ਕਹੂੰਗਾ ਕਿ ਆਲਮੋਸਟ 7-8 ਦਿਨ ਨਿਕਲ ਗਏ ਸੀ, 10 ਦਿਨ ਸ਼ਾਂਤੀ ਦੇ, ਉਹ ਉਸ ਚੀਜ਼ ਨੂੰ ਫਿਰ ਉੱਥੇ ਹੀ ਲਿਆ ਕੇ ਖੜਾ ਕਰਤਾ ਜਿੱਥੇ ਕਿ ਇਜ਼ਰਾਈਲ ਦੇ ਇਮੀਡੀਏਟ ਜਿਹੜੀ 에ਅਰਫੋਰਸ ਐਕਸ਼ਨ 'ਚ ਆਈ, ਉਹਨਾਂ ਨੇ 에ਅਰ ਅਟੈਕਸ ਜਿਹੜੇ ਸ਼ੁਰੂ ਕੀਤੇ। ਜਿਹੜੇ 에ਅਰ ਅਟੈਕਸ ਹੋਏ ਨੇ, ਤੁਸੀਂ ਦੇਖੋ ਕਿ 2 ਦਿਨਾਂ ਦੇ ਵਿੱਚ ਮੰਗਲ ਔਰ ਬੁੱਧਵਾਰ ਅਗਰ ਆਪਾਂ ਐਜ਼ ਅ ਡੇ ਲਈਏ ਤੇ 180 ਤੋਂ ਉੱਪਰ ਰਾਕਟ ਜਿਹੜੇ ਨੇ ਉਹ ਹਮਾਸ ਵੱਲੋਂ ਇਜ਼ਰਾਈਲ ਤੇ ਫਾਇਰ ਹੋਏ। ਅੱਛਾ, ਜਿਹਦੇ ਚੋਂ ਤਕਰੀਬਨ ਆਪਾਂ ਕਹਿ ਲਈਏ 80% 85% ਜਿਹੜੇ ਨੇ ਉਹ ਉਹਨਾਂ ਨੇ, ਹਾਂਜੀ, ਉਹਨਾਂ ਦੀ ਜਿਹੜੀ ਆਇਰਨ ਡੂਮ ਬਣਾਈ ਹੋਈ ਹੈ, ਸੈਟੇਲਾਈਟ ਸਿਸਟਮ ਬਣਾਇਆ ਜਿਹਦੇ ਨਾਲ ਉਹ ਮਿਜ਼ਾਈਲਸ ਨੂੰ ਇਨ 에ਅਰ ਹੀ ਡਿਸਆਰਮ ਕਰ ਦਿੰਦੇ ਨੇ ਜਾਂ ਡਿਸਟਰੋਏ ਕਰ ਦਿੰਦੇ ਨੇ। ਜਿਹੜੇ ਬਾਕੀ ਵੀ ਸਿਚੁਏਸ਼ਨ ਹੈਗੀ ਆ ਉਹਦੇ 'ਚ ਇਜ਼ਰਾਈਲ ਦਾ ਫੇਰ ਕੋਈ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਬਹੁਤ ਵੱਡੀ ਮਿਲਟਰੀ ਐਂਗਲ ਦੇ ਨਾਲ ਇਹਨਾਂ ਦੀ ਕਾਮਯਾਬੀ ਹੋਈ ਹੈ ਕਿ ਇਹਨਾਂ ਨੇ 3 ਸੀਨੀਅਰ ਲੈਵਲ ਦੇ ਜਿਹੜੇ ਇਹਨਾਂ ਦੇ ਹਮਾਸ ਦੇ ਲੀਡਰ ਸੀਗੇ, ਜਿਹਦੇ ਵਿੱਚ 2 ਲੀਡਰ ਐਸੇ ਸੀਗੇ ਜਿਹੜੇ ਟੌਪ 5 ਮੋਸਟ ਵਾਂਟਡ ਲਿਸਟ ਤੇ ਸੀਗੇ। ਉਹ ਉਹਨਾਂ ਦੀ ਡੈਥ ਹੋਈ ਆ ਇਹਨਾਂ ਅਟੈਕਸ ਦੇ ਵਿੱਚ। ਤੇ ਜਿਹਦੇ ਵਿੱਚ ਈਵਨ ਇਹਨਾਂ ਨੇ ਟਾਰਗੇਟ ਉਹਨਾਂ ਦੇ ਜਿਹੜਾ ਹਮਾਸ ਦਾ ਮਿਲਟਰੀ ਚੀਫ ਸੀਗਾ ਮੁਹੰਮਦ ਦਾਇਫ, ਉਹਨੂੰ ਵੀ ਟਾਰਗੇਟ ਕੀਤਾ, ਬਟ ਮੈਂ ਕਹੂੰਗਾ ਕਿ ਉਹ ਬਾਲ ਬਚ ਗਏ, ਪਰ ਉਹਨਾਂ ਦੀ ਜਿਹੜੀ ਵਾਈਫ ਸੀਗੀ ਤੇ 7-8 ਸਾਲ ਦਾ ਬੇਟਾ ਔਰ ਇੱਕ ਛੋਟੀ ਬੇਟੀ ਉਹ ਉਸ ਅਟੈਕ ਦੇ ਵਿੱਚ ਮਾਰੇ ਗਏ ਨੇ। ਹੁਣ ਕੜੱਤਣ ਇਸ ਲੈਵਲ ਤੇ ਹੋ ਚੁੱਕੀ ਆ ਕਿ ਇਹ ਜਿਹੜੀ ਚੀਜ਼ ਆ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਰੁਖ ਅਖਤਿਆਰ ਕਰਦੀ ਹੈ। ਅਗਰ ਤੁਸੀਂ ਇਜ਼ਰਾਈਲ ਦੇ ਐਂਗਲ ਨਾਲ ਲਓ ਤੇ ਇਜ਼ਰਾਈਲ ਇਸ ਗੱਲ ਨੂੰ ਜਸਟੀਫਾਈ ਕਰਦੀ ਆ ਕਿ ਅਗਰ ਹਮਾਸ ਸਾਡੇ ਸਿਵਿਲੀਅਨਸ ਨੂੰ
ਕਿਡਨੈਪ ਕਰਕੇ ਅਗਰ ਉਹਨਾਂ ਤੋਂ ਨੁਕਸਾਨ ਪਹੁੰਚਾਉਂਦੇ ਨੇ ਜਾਂ ਡੈਮੇਜ ਕਰਦੇ ਨੇ ਤੇ ਮੇਰੇ ਕੋਲ ਲੈਜੀਟੀਮੇਟ ਰਾਈਟ ਹੈਗਾ ਮੈਂ ਇਹਨਾਂ ਦੇ ਲੀਡਰਸ ਨੂੰ ਟਾਰਗੇਟ ਕਰ ਸਕਦਾ। ਔਰ ਵਰਲਡ ਓਪੀਨੀਅਨ ਜਿਹੜੀ ਹੈਗੀ ਆ ਉਹ ਸਪੈਸ਼ਲੀ ਯੂਰੋਪੀਅਨ ਨੇਸ਼ਨਸ ਦੀ ਇਜ਼ਰਾਈਲ ਨੂੰ ਬੈਕ ਕਰਦੀ ਹੈ, ਕਿਉਂਕਿ ਅਲਟੀਮੇਟਲੀ ਹਮਾਸ ਨੂੰ ਕੋਈ ਵੀ ਪੋਲੀਟੀਕਲ ਆਰਗੇਨਾਈਜੇਸ਼ਨ ਦੇ ਤੌਰ ਤੇ ਨਹੀਂ ਲੈਂਦਾ ਜਾਂ ਪੋਲੀਟੀਕਲ ਫਾਈਟਰਸ ਜਾਂ ਪੋਲੀਟੀਕਲ ਮੂਵਮੈਂਟ ਦੇ ਤੌਰ ਤੇ ਨਹੀਂ ਲੈਂਦੇ, ਜਦ ਕਿ ਮਿਲੀਟੈਂਟ ਆਰਗੇਨਾਈਜੇਸ਼ਨ ਦੇ ਐਂਗਲ ਤੋਂ ਲੈਂਦੇ ਆ। ਤੇ ਉਹਨਾਂ ਦਾ ਜਿਹੜਾ ਅਗਰ ਲੀਡਰ ਮਾਰਿਆ ਗਿਆ ਤੇ ਪੂਰਾ ਜਿਹੜਾ ਵਰਲਡ ਆ ਹਲਦੀ ਘੜੀ ਚੁੱਪ ਬੈਠਾ। ਪਰ ਇਹ ਵੀ ਇੱਥੇ ਵੀ ਉਹੀ ਗੱਲ ਆਉਂਦੀ ਹੈਗੀ ਹੈ ਕਿ ਪਿੱਛੇ ਫਿਰ ਵੀ ਜਿਹੜਾ ਹੈਗਾ ਆਮ ਆਦਮੀ। ਹਾਂਜੀ। ਤੇ ਇੱਕ ਹੋਰ ਨਵੀਂ ਜਿਹੜੀ ਹੈ ਡਿਵੈਲਪਮੈਂਟ ਹੋਈ ਹੈ IS ਨੂੰ ਲੈ ਕੇ ਕਿ ਉਹਦੇ ਜਾਂ ਅਮਰੀਕਾ ਦੇ ਨਾਲ ਜਿਹੜੀ ਹੈਗੀ ਆ ਉਹਦਾ ਸਿੱਧੀ ਹੁਣ ਕਨਫਰੰਟੇਸ਼ਨ ਹੋ ਗਈ ਹੈ, ਕਿਉਂਕਿ ਅਮਰੀਕਾ ਨੇ 에ਅਰ ਸਟ੍ਰਾਈਕ ਕੀਤੇ ਸੀ। ਇੱਕ ਪੱਤਰਕਾਰ ਦਾ ਉਹਨਾਂ ਨੇ ਜਿਹੜਾ ਹੈਗਾ ਤੇ ਸਿਰ ਉਤਾਰ ਕੇ ਉਹ ਅਮਰੀਕਾ ਨੂੰ ਮਤਲਬ ਇੱਕ ਤਰ੍ਹਾਂ ਦੀ ਧਮਕੀ ਦਿੱਤੀ ਹੈਗੀ ਕਿ ਅਸੀਂ ਜਿਹੜਾ ਹੈਗਾ ਤੇ ਇਸ ਤਰ੍ਹਾਂ ਬਦਲਾਅ ਦਾ ਲਵਾਂਗੇ। ਇਸ ਨੂੰ ਤੁਸੀਂ ਕਿੰਨੀ ਕਿ ਸਿਆਣਪ ਵਾਲੀ ਮੰਨਦੇ ਹੈਗੇ ਹੋ, ਜਾਂ ਇਹਦੇ ਕੀ ਇੰਡੀਕੇਸ਼ਨ ਹੋ ਸਕਦੇ ਆ ਕਿ ਅਮਰੀਕਾ ਥੋੜਾ ਹੋਰ ਅਗਰੈਸਿਵ ਹੋਏਗਾ ਇਸ ਘਟਨਾ ਨੂੰ ਲੈ ਕੇ? ਹਾਂ ਭਾਜੀ, ਇੱਕ ਤਾਂ ਜਿਹੜੀ ਸਿਚੁਏਸ਼ਨ ਇਹ ਹੁਣ ਹੋਈ ਆ ਇਹਦੀ ਪਿੱਛੇ ਇੱਕ ਥੋੜੀ ਜਿਹੀ ਲੰਬੀ ਹਿਸਟਰੀ ਆ। ਇਹੀ ਪੱਤਰਕਾਰ ਜੇਮਸ ਫੋਲੇ ਇਹ ਲਿਬੀਆ ਦੇ ਵਿੱਚ ਵੀ ਕੁਝ ਹੋਰ ਪੱਤਰਕਾਰਾਂ ਦੇ ਨਾਲ ਇਦਾਂ ਹੀ ਕਿਡਨੈਪ ਕਰ ਲਏ ਗਏ ਸੀਗੇ ਤੇ ਉਦੋਂ ਉੱਥੇ ਜਿਹੜੀਆਂ ਫੋਰਸਿਸ ਸੀਗੀਆਂ ਕਰਨਲ ਕਦਾਫੀ ਦੀਆਂ ਉਹਨਾਂ ਦੇ ਇਹ ਕਬਜ਼ੇ 'ਚ ਸੀਗੇ, ਉੱਥੋਂ ਇਹ ਛੁਡਾਏ ਗਏ ਜਾਂ ਛੁੱਟੇ। ਤੇ ਹੁਣ ਪਿਛਲੇ ਆਲਮੋਸਟ 20-21 ਮਹੀਨਿਆਂ ਤੋਂ ਇਹ ਇੱਥੇ ਸੀਰੀਆ ਦੇ ਵਿੱਚੋਂ ਔਰ ਖਾਸ ਕਰਕੇ ਮੈਂ ਕਹੂੰਗਾ ਜਿਹੜਾ ਬਾਰਡਰ ਟਰਕੀ ਦੇ ਨਾਲ ਲੱਗਦਾ ਹੈ, ਜੋ ਲਾਸਟ ਇਹਨਾਂ ਦੀਆਂ ਰਿਪੋਰਟਸ ਆਈਆਂ ਨੇ ਵੀ ਉੱਥੇ ਸੀਗੇ ਜਦੋਂ ਇਹਨਾਂ ਨੇ ਕਿਡਨੈਪ ਕੀਤਾ। ਪਿਛਲੇ 2 ਸਾਲਾਂ ਤੋਂ 3 ਸਾਲਾਂ ਤੋਂ ਅਲ-ਕਾਇਦਾ ਤੇ ਇਹ ਜਿਹੜੀ ਹੁਣ ਮਿਲੀਟੈਂਟ ਆਊਟਫਿਟ ਅਲ-ਕਾਇਦਾ ਚੋਂ ਕੱਢੇ ਗਏ ਮਿਲੀਟੈਂਟਸ ਨੇ, ਜਿਹੜੀ ਕਿ ਪਹਿਲਾਂ ਆਈਸਿਸ ਦੇ ਨਾਂ ਤੇ ਜਾਣੀ ਜਾਂਦੀ ਸੀ, ਹੁਣ ਇਹਨਾਂ ਨੇ ਆਪਣਾ ਨਾਂ ਹੀ ਚੇਂਜ ਕਰ ਲਿਆ, ਹੁਣ ਇਹ ਇਸਲਾਮਿਕ ਸਟੇਟ ਦੇ ਨਾਂ ਤੇ ਸਾਹਮਣੇ ਆ ਗਏ ਨੇ। ਇਹਨਾਂ ਨੇ ਹਮੇਸ਼ਾ ਯੂਰੋਪੀਅਨ ਸਿਟੀਜ਼ਨਸ ਨੂੰ ਕਿਡਨੈਪ ਕਰਕੇ ਉਹਨਾਂ ਨੂੰ ਫਰੌਤੀ ਲੈ ਕੇ ਇੱਕ ਪੈਸੇ ਬਟੋਰਨ ਦਾ ਇੱਕ ਸੋਰਸ ਬਣਾਇਆ ਹੋਇਆ ਸੀ। ਔਰ ਇਹ ਬਿਲਕੁਲ ਅਨਕਨਫਰਮਡ ਰਿਪੋਰਟਸ ਨੇ, ਬਟ ਇਹ ਜੋ ਇੰਪੋਰਟੈਂਟ ਸੂਤਰ ਨੇ, ਇੰਪੋਰਟੈਂਟ ਇਨਫੋਰਮੇਸ਼ਨ ਚੈਨਲਸ ਨੇ, ਉਹਨਾਂ ਤੋਂ ਇਹ ਫੈਕਟ ਅੱਜ ਓਪਨ ਹੋ ਰਿਹਾ ਹੈ ਕਿ ਅਗਰ ਆਪਾਂ ਇਸ ਸਾਲ ਦੀ ਵੀ ਗੱਲ ਕਰੀਏ ਤੇ 4 ਫਰਾਂਸ ਦੇ ਸਿਟੀਜ਼ਨ ਔਰ 3 ਸਪੈਨਿਸ਼ ਸਿਟੀਜ਼ਨਸ ਜਿਹੜੇ ਨੇ ਉਹ ਉਹਨਾਂ ਮੁਲਕਾਂ ਨੇ ਪੈਸੇ ਦੇ ਕੇ ਛੁਡਾਏ। ਕਿਤੇ ਨਾ ਕਿਤੇ ਜ਼ਿਕਰ ਅਮਰੀਕਾ ਦੇ ਸੋਲਜਰ ਦਾ ਜਿਹੜਾ ਅਫਗਾਨਿਸਤਾਨ 'ਚ ਛੁਡਾਇਆ ਗਿਆ ਉਹਦਾ ਵੀ ਇੰਡੀਕੇਸ਼ਨਸ ਆ ਰਹੀਆਂ ਨੇ ਵੀ ਸ਼ਾਇਦ ਅਮਰੀਕਾ ਨੇ ਪੈਸੇ ਦੇ ਕੇ ਉਹ ਬੰਦਾ ਛੁਡਾਇਆ, ਆਲਦੋ ਇਹ ਰਿਪੋਰਟਸ ਕਨਫਰਮ ਨਹੀਂ ਹੈਗੀਆਂ। ਪਰ ਜੇ ਇੱਕ ਆਰਗੇਨਾਈਜੇਸ਼ਨ ਨੂੰ ਇਹ ਸਭ ਤੋਂ ਸੌਖਾ ਟਾਰਗੇਟ ਮਿਲ ਰਿਹਾ ਹੈ ਕਿ ਮੈਂ ਕਿਸੇ ਯੂਰੋਪੀਅਨ ਕੰਟਰੀ ਦਾ ਸਿਟੀਜ਼ਨ ਫੜ ਲਵਾਂ, ਉਹਨੂੰ ਕਿਡਨੈਪ ਕਰਕੇ ਮੈਂ ਉਹਨਾਂ ਨੂੰ ਕਹਾਂ ਕਿ ਮੈਨੂੰ ਤੁਸੀਂ ਇੰਨੇ $1 ਮਿਲੀਅਨ ਦਿਓ ਤੇ ਮੈਂ ਨਹੀਂ ਤੇ ਤੁਹਾਡਾ ਬੰਦਾ ਮਾਰ ਦੇਣਾ। ਹੁਣ ਇਸ ਕੇਸ ਵਿੱਚ ਕੀ ਹੋਇਆ ਕਿ ਉਹਨਾਂ ਨੇ ਨਾਟ ਓਨਲੀ ਕਿ $multi million ਮੰਗੇ ਗਏ, ਜਿਹੜੀਆਂ ਕਿ ਜਿਹੜੇ ਇਹ ਪੱਤਰਕਾਰ ਨੇ ਵੀਡੀਓ ਰਿਕਾਰਡਰ ਸੀਗੇ, ਨਾਲੇ ਰਿਪੋਰਟਰ ਸੀਗੇ, ਉਹਨਾਂ ਦੇ ਫੈਮਲੀਜ਼ ਨੂੰ ਈਮੇਲ ਲਿਖ ਕੇ ਇਹਨਾਂ ਨੇ ਪੈਸਾ ਮੰਗਿਆ, ਫਰੌਤੀ ਮੰਗੀ ਹੈ। ਤੇ ਉਹਦੇ ਨਾਲ ਕੁਝ ਐਸੀਆਂ ਸ਼ਰਤਾਂ ਹੋਰ ਵੀ ਸੀਗੀਆਂ ਜਿਹੜੀਆਂ ਕਿ ਸ਼ਾਇਦ ਅਮਰੀਕਾ ਨੂੰ ਮਨਜ਼ੂਰ ਨਹੀਂ ਸੀ ਹੈਗੀਆਂ। ਤੇ ਅੱਜ ਉਹਨਾਂ ਨੇ ਇਸ਼ੂ ਤੇ ਇਹ ਬਣਾ ਲਿਆ ਕਿ ਜੀ ਕਿਉਂਕਿ ਅਮਰੀਕਾ ਨੇ 에ਅਰ ਸਟ੍ਰਾਈਕਸ ਕੀਤੀਆਂ ਨੇ ਤੇ ਅਸੀਂ ਇਸ ਬੰਦੇ ਦਾ ਸਿਰ ਵੱਢਿਆ, ਔਰ ਉਹਨਾਂ ਨੇ ਕਹਿਤਾ ਕਿ ਅਗਰ ਅਮਰੀਕਾ ਨੇ ਕੋਈ ਪੋਜ਼ਿਟਿਵ ਡਿਸੀਜਨ ਨਹੀਂ ਲਿੱਤਾ ਤੇ ਇੱਕ ਹੋਰ ਜਿਹੜੇ ਪੱਤਰਕਾਰ ਉਹਨਾਂ ਨੇ ਫੜੇ ਹੋਏ ਨੇ ਉਹਨਾਂ ਦੀ ਵੀ ਉਹਨਾਂ ਨੇ ਵੀਡੀਓ ਰਿਲੀਜ਼ ਕੀਤੀ ਹੈ ਕਿ ਹੁਣ ਨੈਕਸਟ ਜਿਹੜਾ ਆ ਉਹ ਇਹਨਾਂ ਦੇ ਨਾਲ ਇਹੀ ਸਲੂਕ ਕੀਤਾ ਜਾਊਗਾ। ਮੈਨੂੰ ਲੱਗਦਾ ਹੈਗਾ ਕਿ ਜਿਹੜਾ ਅਮਰੀਕਾ ਜਿਹੜਾ ਹੈਗਾ ਹੋਰ ਜ਼ਿਆਦਾ ਹਮਲੇ ਉੱਤੇ। ਬਿਲਕੁਲ ਭਾਜੀ, ਮੈਂ ਇੱਥੇ ਆ ਰਿਹਾ ਸੀਗਾ ਜੀ ਕਿ ਇਹ ਉਹਨਾਂ ਦੇ ਲੈਵਲ ਦੇ ਉੱਤੇ ਜੀ ਇੰਨੀ ਵੱਡੀ ਇਹ ਮਿਲਟਰੀਲੀ ਮੈਂ ਕਹੂੰਗਾ ਕਿ ਐਡੀ ਵੱਡੀ ਮਿਸਟੇਕ ਆ ਕਿ ਅਮਰੀਕਾ ਜੇ ਅੱਜ ਡਾਇਰੈਕਟ ਇਨਵੋਲਵ ਉੱਥੇ ਨਹੀਂ ਸੀ ਹੋਣਾ ਚਾਹੁੰਦਾ, ਜਾਂ ਉਹ ਕਿਤੇ ਨਾ ਕਿਤੇ ਚਾਹੁੰਦਾ ਸੀਗਾ ਕਿ ਮੈਂ ਸਿਰਫ ਅਵੋਇਡ ਕਰ ਰਿਹਾ ਸੀਗਾ ਕਿ ਮੈਂ ਡਾਇਰੈਕਟ ਕਨਫਰੰਟੇਸ਼ਨ ਨਹੀਂ ਕਰਨੀ। ਖਾਸ ਕਰਕੇ ਓਬਾਮਾ ਸਾਹਿਬ ਜਦੋਂ ਦੇ ਆਏ ਨੇ ਉਹਨਾਂ ਦਾ ਇਹੀ ਰਿਹਾ ਕਿ ਮੈਂ ਜਿੱਥੇ ਵੀ ਅਨਨੈਸੈਸਰੀ ਅਮਰੀਕਾ ਜਿਹੜੀ ਆ ਉਲਝੀ ਹੋਈ ਆ, ਮੈਂ ਉੱਥੋਂ ਅਮਰੀਕਾ ਨੂੰ ਬਾਹਰ ਕੱਢਾਂ। ਸਾਡੇ ਜਿਹੜੇ ਸੋਲਜਰਸ ਨੇ, ਸਾਡੀ ਜਿਹੜੀ ਆਰਮੀ ਆ ਉਹ ਓਵਰ ਸਟ੍ਰੈਚਡ ਆ, ਔਰ ਜਿਨ੍ਹਾਂ ਮੁਲਕਾਂ ਦੀ ਪ੍ਰੋਬਲਮ ਆ ਉਹ ਮੁਲਕ ਉਹ ਪ੍ਰੋਬਲਮ ਨੂੰ ਸਾਂਭਣ,
ਤੇ ਉਹਨਾਂ ਦਾ ਜੇ ਨੁਕਸਾਨ ਹੋਵੇ ਤੇ ਹੋਵੇ, ਮੇਰੇ ਸਿਟੀਜ਼ਨ ਦਾ, ਮੇਰੀ ਫੌਜ ਦਾ ਨੁਕਸਾਨ ਕਿਉਂ ਹੋਵੇ? ਤੇ ਮੈਨੂੰ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਪੈਸਾ ਵੀ ਸਪੈਂਡ ਕਰਨਾ ਪੈਂਦਾ ਹੈ। ਔਰ ਅਮਰੀਕਾ ਦੀ ਇੰਟਰਨਲ ਪੋਜੀਸ਼ਨ ਜਦੋਂ ਓਬਾਮਾ ਸਾਹਿਬ ਪਾਵਰ 'ਚ ਆਏ ਸੀਗੇ, ਇਕਨੋਮਿਕਲੀ ਬਹੁਤੀ ਵਧੀਆ ਨਹੀਂ ਸੀਗੀ। ਤੇ ਉਹਨਾਂ ਦੀ ਅਗਰ ਇਹ ਸੋਚ ਅਗਰ ਰੱਖੀ ਹੈ ਤੇ ਇਹ ਜਿਹੜਾ ਹੁਣ ਉਹਨਾਂ ਨੇ ਡਿਸੀਜਨ ਲਿੱਤਾ ਆ, ਤੇ ਇਹਨਾਂ ਨੇ ਮਜਬੂਰ ਕਰ ਦੇਣਾ ਆ ਅਮਰੀਕਾ ਨੂੰ ਇਹਦੇ ਨਾਲੋਂ ਵੀ ਜ਼ਿਆਦਾ ਹਾਰਸ਼ ਐਕਸ਼ਨ ਉੱਥੇ ਹੋਣਾ। ਦੂਜੀ ਗਲਤੀ ਉਹਨਾਂ ਨੇ ਇਹ ਕੀਤੀ ਹੈ ਜੀ ਕਿ ਜਿਹੜੇ ਕ੍ਰਿਸਚੀਅਨਸ ਉੱਥੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਤੰਗ ਕੀਤਾ, ਤੇ ਉਹ ਮੈਸੇਜ ਡਾਊਨ ਦਾ ਲਾਈਨ ਇਹੀ ਗਿਆ ਕਿ ਉਹ ਕਹਿ ਰਹੇ ਨੇ ਕਿ ਜਾਂ ਤਾਂ ਤੁਸੀਂ ਧਰਮ ਬਦਲ ਲਓ ਤੇ ਮੁਸਲਿਮ ਕਨਵਰਟ ਹੋ ਜਾਓ। ਅੱਜ ਦੀ ਦੁਨੀਆ ਦੇ ਵਿੱਚ ਜਿਹੜੀ ਹੈਗੀ ਹੈ ਗੱਲ ਜਿਹੜੀ ਕਿਸੇ ਨੂੰ ਐਕਸੈਪਟੇਬਲ ਨਹੀਂ ਹੈਗੀ, ਕਿ ਹਰ ਕੋਈ ਉਹਦਾ ਵਿਰੋਧੀ ਹੀ ਹੋਏਗਾ। ਹਾਂਜੀ, ਹੁਣ ਨਾਲੇ ਪੋਪ ਨੇ ਵੀ ਕਹਿਤਾ ਜੀ, ਫ੍ਰਾਂਸਿਸ ਨੇ ਵੀ ਜਿਹੜਾ UN ਸੈਕਟਰੀ ਜਨਰਲ ਨੂੰ ਚਿੱਠੀ ਲਿਖ ਕੇ ਕਿ ਵੀ ਤੁਸੀਂ ਤੁਹਾਨੂੰ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਹੈ। ਹੁਣ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ। ਅਮਰੀਕਾ ਨਾ ਚਾਹੁੰਦੇ ਵੀ ਉਹਨਾਂ ਨੂੰ ਜ਼ਿਆਦਾ ਹਾਰਸ਼ ਹੋਣਾ ਪੈਣਾ ਹੈ, ਆਪਣੇ ਐਕਸ਼ਨ ਜ਼ਿਆਦਾ ਅਗਰੈਸਿਵ ਹੋਣੇ ਪੈਣੇ ਨੇ। 에ਅਰ ਸਟ੍ਰਾਈਕਸ ਜਦੋਂ ਦਾ ਇਹ ਉਹਨਾਂ ਦਾ ਸਿਰ ਵੱਢਣ ਵਾਲਾ ਇਨਸੀਡੈਂਟ ਵੀਡੀਓਜ਼ ਰਿਲੀਜ਼ ਹੋਏ ਨੇ ਔਰ ਉਹ ਵੀਡੀਓ ਕਨਫਰਮ ਹੋਏ ਨੇ ਕਿ ਹਾਂ ਇਹ ਆਥੈਂਟਿਕ ਗੱਲ ਹੈਗੀ ਹੈ, ਤੇ ਉਦੋਂ ਤੋਂ ਉਹਨਾਂ ਦੀਆਂ ਜਿਹੜੀਆਂ 에ਅਰ ਸਟ੍ਰਾਈਕਸ ਨੇ ਹੋਰ ਵਧੀਆਂ ਨੇ। ਤੇ ਇੱਕ ਬੜਾ ਇੰਪੋਰਟੈਂਟ ਡੈਮ ਜਿਹੜਾ ਸੀਗਾ ਉਹਨਾਂ ਦੇ ਕੰਟਰੋਲ ਵਿੱਚ ਆ ਗਿਆ ਸੀਗਾ ਆਈਸਿਸ ਵਾਲਿਆਂ ਦੇ, ਜਿਹੜੇ ਹੁਣ ਇਸਲਾਮਿਕ ਸਟੇਟ ਦੇ ਨਾਂ ਤੇ ਜਾਣੇ ਜਾਂਦੇ ਨੇ। ਤੇ ਉੱਥੇ ਖੁਰਦਿਸ਼ ਜਿਹੜੀਆਂ ਫੋਰਸਸ ਸੀਗੀਆਂ, ਉਹ ਪੇਸ਼ਮਰਗਾ ਫੋਰਸਸ, ਉਹਨਾਂ ਨੇ ਉਹ ਡੈਮ ਵਾਪਸ ਉਹਨਾਂ ਤੋਂ ਕੈਪਚਰ ਕਰ ਲਿਆ। ਔਰ ਇਹ ਸਿਰਫ ਉਹਨਾਂ ਦੀ 에ਅਰ ਸਟ੍ਰਾਈਕਸ ਦੀ ਵਜ੍ਹਾ ਨਾਲ ਉਹਨਾਂ ਦੀਆਂ ਜਿਹੜੀਆਂ ਪੋਜੀਸ਼ਨ ਸੀਗੀਆਂ ਇਹਨਾਂ ਨੇ ਨਿਊਟਰਲਾਈਜ਼ ਕੀਤੀਆਂ। ਇਸ ਵਾਲੇ ਜਾਂ ਇਸਲਾਮਿਕ ਸਟੇਟ ਵਾਲੇ ਜਿੰਨੇ ਵੀ ਮਰਜ਼ੀ ਤਗੜੇ ਹੋਣ, ਪਰ ਅਮਰੀਕਾ ਦੀ 에ਅਰ ਸਟ੍ਰਾਈਕਸ ਦੇ ਅੱਗੇ ਨਹੀਂ ਖੜ ਸਕਦੇ ਜੀ। ਹਾਂਜੀ, ਖੜ ਸਕਦੇ, ਉਹਨਾਂ ਦੀ ਬੜੀ ਵੱਡੀ ਗਲਤੀ ਹੈ। ਹਾਂਜੀ, ਔਰ ਉਹਨਾਂ ਨੂੰ ਇਹ ਚਾਹੀਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਹੈਗਾ ਅਮਰੀਕਾ ਨੂੰ ਇਨਵੋਲਵ, ਮੈਨੂੰ ਲੱਗਦਾ ਜਿੰਨੇ ਚਿਰ ਅਮਰੀਕਾ ਨੂੰ ਇਨਵੋਲਵ ਨਹੀਂ ਕੀਤਾ ਜਾਂਦਾ ਹੈਗਾ ਗੱਲਬਾਤ 'ਚ ਓਪਨਲੀ, ਉਹਨੇ ਚਿਰ ਜਿਹੜਾ ਹੈਗਾ ਉਹਨਾਂ ਕੰਟਰੀ ਦਾ ਜਿਹੜਾ ਇਹ ਸਮੱਸਿਆ ਜਿਹੜੀ ਹੱਲ ਨਹੀਂ ਹੋ ਸਕਦੀ। ਤੇ ਅਮਰੀਕਾ ਜਿਹੜਾ ਹੈ ਪੋਜ਼ਿਟਿਵ ਜਿਹੜੇ ਹੈਗੇ ਉਹ ਇੰਡੀਕੇਸ਼ਨ ਵੀ ਦੇ ਰਿਹਾ ਸੀ ਕਿ ਨਹੀਂ ਵੀ ਸਾਰਿਆਂ ਨੂੰ ਰਲ ਕੇ ਸਰਕਾਰ ਇਰਾਕ 'ਚ ਬਣਾਉਣੀ ਚਾਹੀਦੀ। ਹਾਂਜੀ, ਉਹਨਾਂ ਨੇ ਇੱਕ ਜਿਹੜਾ ਮੌਕੇ ਦਾ ਪ੍ਰਧਾਨ ਮੰਤਰੀ ਸੀਗਾ, ਅਗਰ ਉਹਦਾ ਹੋਲਡ ਨਹੀਂ ਸੀ ਬਣ ਰਿਹਾ, ਦੁਨੀਆ ਨੂੰ ਨਹੀਂ ਐਕਸੈਪਟ ਕਰਨ ਨੂੰ ਤਿਆਰ ਸੀਗੀ, ਉਹਨਾਂ ਨੇ ਹਟਾ ਕੇ ਜਿਹੜਾ ਬੰਦਾ ਕਾਮਨ ਐਕਸੈਪਟੇਬਲ ਸੀਗਾ ਉਹਨਾਂ ਨੂੰ ਫਰੰਟ ਤੇ ਲਿਆਂਦਾ। ਠੀਕ ਹੈ ਜੀ, ਉਹਨਾਂ ਨੂੰ ਲਿਆ ਕੇ ਇਹ ਕਿਤੇ ਕੋਸ਼ਿਸ਼ ਕਰ ਰਹੇ ਸੀਗੇ ਵੀ ਅਸੀਂ ਇੱਕ ਕਾਮਨ ਪਲੇਟਫਾਰਮ ਤੇ ਸਾਰੀਆਂ ਫੋਰਸਸ ਨੂੰ ਲੈ ਆਈਏ, ਸਾਰੇ ਧਿਰਾਂ ਨੂੰ ਲੈ ਆਈਏ, ਤੇ ਅਗਰ ਇਹ ਜੁਆਇੰਟ ਹੋ ਕੇ ਅਗਰ ਇਹਨਾਂ ਨੂੰ ਫਾਈਟ ਕਰਦੇ ਨੇ ਤੇ ਵਧੀਆ ਰਹੂਗਾ। ਪਰ ਜਿਹੜਾ ਇਹ ਡਿਸੀਜਨ ਉਹਨਾਂ ਨੇ ਬੀਹੈਡਿੰਗ ਆਫ ਦਾ ਜਰਨਲਿਸਟ ਕੀਤਾ ਆ, ਇਹ ਬਹੁਤ ਡੀਅਰਲੀ ਕਾਸਟ ਕਰੂਗਾ। ਇਤਿਹਾਸ ਦੇ ਵਿੱਚ ਇੱਕ ਨਵਾਂ ਮੋੜ ਵੀ ਜਿਹੜਾ ਹੈ ਸਾਬਤ ਹੋ ਸਕਦਾ ਹੈਗਾ। ਤੇ ਜੱਗੀ ਢਿੱਲੋਂ ਜੀ, ਤੁਸੀਂ ਆਏ ਔਰ ਖਬਰਾਂ ਦੇ ਉੱਤੇ ਝਾਤ ਮਾਰੀ, ਨਜ਼ਰ ਪਾਈ, ਆਪਣੀ ਤੁਸੀਂ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਖਾਸ ਖਬਰ ਤੇ ਇੱਕ ਨਜ਼ਰ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ, ਇਸ ਦੇ ਪ੍ਰਤੀ ਜਿਹੜਾ ਤੁਸੀਂ ਆਪਣੇ ਸੁਝਾਅ ਸਾਨੂੰ ਈਮੇਲ ਕਰਕੇ jagpunjabitv@gmail ਤੇ ਵੀ ਦੇ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਪਿਆਰ। ਥੈਂਕ ਯੂ ਜੀ, ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ।